अवगुण भरे एक गुण नाहि। अमृत छाड़ बिख बिख खाही माया मोह भरम पै भूले। सुत दारा स्यो प्रीत लगाई एक उत्तम पंथ सुनियो गुर संगत। तेह मिलंत जम त्रास मटाई एक अरदास भाट कीरत की। गुर रामदास राखो शरनाई एक अरदास भाट कीरत की। गुर रामदास राखो शरनाई सो कहो टल गुर सेविय अहनस सहज सुभाए। दर्शन परसय गुरु का जन्म मरण दुख जाए। होवै सिफत कसामदि नूर अरसो कुरसो झटियह। तुद डिठे सच्चे पातशाह मल जन्म जन्म दी कटिय। सज्जन सच्चा पातशाह सिर शाहद शाहो। जिस पास बैठया सोहिय सबना दा विसाहो। सतनाम श्री वाहिगुरु साहिब जी। जब जरिया तब हुए पसम तन रह किरम दल खाई। काची गागर नीर परत है एया तन की एह बढ़ाई। जब जरिया तब हुए पसम तन रह किरम दल खाई। काची गागर नीर परत है एया तन की एह बढ़ाई। काहे भैया फिर तो फूलिया फूलिया। जब 10 मास उर्द मुख रहता सो दिन कैसे भूलिया रहाओ। ज्यों मद माखी त्यों सठोर रस जोर जोर धन किया। मरती बार लेहो करिया। ऊत रहन क्यों दिया। देहोरी लो बरी नार संग भई। आगे सज्जन सुहेला मार कट लो सब लोग कुटुंब भयो। आगे हंस अकेला कहत कबीर सुन हो रे प्राणी। परे काल ग्रस कुआ झूठी माया आप बंधाया। ज्यों नलनी भ्रम सूआ कहत कबीर सुन हो रे प्राणी। परे काल ग्रस कुआ झूठी माया आप बंधाया। ज्यों नलनी भ्रम सूआ। वाहिगुरु जी का खालसा वाहिगुरु जी की फतेह। दीन दुनिया दे वाली गरीब नवाज सतगुरु पतत पावन भगत वत्सल किरपा दे खजाने
ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਗੁਰਦੇਵ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਸਭ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਪਾਵਨ ਦੀਵਾਨ ਹਾਲ ਵਿਖੇ ਸੁਭਾਇਮਾਨ ਹੋ ਕਰਕੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ, ਪਤਿਤ ਪਾਵਨ ਸਤਿਗੁਰੂ, ਨਾਥਾਂ ਦੇ ਨਾਥ ਸਤਿਗੁਰੂ, ਨਥਾਵਿਆਂ ਦੇ ਥਾਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਦਾ ਆਪ ਸਿੱਖ ਸੰਗਤਾਂ ਆਨੰਦ ਮਾਣ ਰਹੇ ਹੋ। ਗੁਰਦੇਵ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਗੁਰਮੁਖ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਹੁਣ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਦੇਵ ਜੀ ਨੇ ਆਪ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਰੂਪ ਵਿੱਚ। ਉਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਜੋ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨਾਲ ਜੁੜੀਏ। ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ। ਸੋ ਕਿਰਪਾਲੂ ਜੀ ਅੱਜ ਦੇ ਦਿਹਾੜੇ ਬਖਸ਼ਿਸ਼ ਕਰ ਰਹੇ ਨੇ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ 10 ਮਾਸ ਉਰਦਮੁਖ ਰਹਤਾ, ਸੋ ਦਿਨ ਕੈਸੇ ਭੂਲਿਆ। ਭਾਈਆ ਕਿਸ ਗੱਲ ਦੀ ਫਲਾਵਟ ਵਿੱਚ ਤੁਰਿਆ ਫਿਰਦਾ ਹੈ ਸੰਸਾਰ ਦੇ ਵਿੱਚ ਤੂੰ? ਤੈਨੂੰ ਚੇਤੇ ਕਰਨਾ ਚਾਹੀਦਾ ਹੈ ਤੇਰੀ ਅਸਲ ਵਿੱਚ ਹਕੀਕਤ ਹੈ ਕੀ ਹੈ। ਆਪਾਂ ਸਤਿਗੁਰੂ ਸਾਹਿਬ ਜੀ ਦੇ ਪਾਸ ਆਉਂਦੇ, ਮਹਾਰਾਜ ਦੱਸੋ ਸਹੀ ਕਿ ਆਖਰ ਹਕੀਕਤ ਕੀ ਹੈ, ਇਸ ਸੰਸਾਰ ਦੀ ਜੀਵਨੀ ਕੀ ਹੈ। ਮਹਾਰਾਜ ਕਹਿੰਦੇ ਸੰਸਾਰ ਦਾ ਜੀਵਨ ਛੱਡ, ਤੈਨੂੰ ਪੁੱਤ ਤੇਰੀ ਹਕੀਕਤ ਦੱਸ ਦਿੰਨੇ ਹਾਂ, ਅਸਲੀਅਤ ਹੈ ਕੀ ਹੈ। ਉਹ ਬਖਸ਼ਿਸ਼ ਕਰਦੇ ਹਨ, ਜਬ ਜਰੀਏ ਤਬ ਹੋਏ ਭਸਮ ਤਨ। ਜਿਸ ਸਰੀਰ ਦਾ ਇੰਨਾ ਮਾਣ ਗੁਮਾਨ ਕਰਦਾ ਹੈ, ਜਿਸ ਸਰੀਰ ਨੂੰ ਪਪੋਰਨ ਦਾ ਇੰਨੇ ਯਤਨ ਕਰਦਾ ਹੈ, ਪਰ ਸੱਚ ਜਾਣੀ ਇਹ ਸਰੀਰ ਦੀ ਹਕੀਕਤ ਇਹ ਹੈ ਜੇ ਭਲਾ, ਕਿਉਂਕਿ ਵੱਖੋ ਵੱਖਰੇ ਧਰਮਾਂ ਅਨੁਸਾਰ ਵੱਖੋ ਵੱਖਰੇ ਸੰਸਕਾਰ ਹਨ। ਕੋਈ ਸਰੀਰ ਨੂੰ ਦਾ ਹੈ, ਕੋਈ ਤੇ ਬਣਦਾ ਹੈ, ਕੋਈ ਪਸ਼ੂ ਪੰਛੀਆਂ ਦੇ ਖਾਣ ਵਾਸਤੇ ਛੱਡ ਦਿੰਦਾ ਹੈ, ਕੋਈ ਧਰਤੀ ਵਿੱਚ ਦਫਨਾ ਦਿੰਦਾ ਹੈ, ਕੋਈ ਸੰਸਕਾਰ ਕਰ ਦਿੰਦਾ ਹੈ। ਸਾਰੀਆਂ ਅਵਸਥਾ ਦਾ ਜ਼ਿਕਰ ਕਰਨਗੇ, ਪਰ ਹਕੀਕਤ ਸਮਝਾ ਰਹੇ ਨੇ ਕਿ ਤੇਰੀ ਹਕੀਕਤ ਹੈ ਕੀ। ਕਹਿੰਦੇ ਜੇ ਭਾਈ ਜਾਲ ਦਿੱਤਾ ਗਿਆ ਨਾ ਤੇ ਫਿਰ ਇਹ ਸਰੀਰ ਦੀ ਸਵਾਹ ਬਣ ਜਾਵੇਗੀ। ਰਹਿ ਕੇ ਰਮਦਲ ਖਾਈ, ਤੇ ਜੇ ਭਲਾ ਦਫਨਾ ਦਿੱਤਾ ਗਿਆ ਤੇ ਫਿਰ ਕਹਿੰਦੇ ਉਹਨੂੰ ਕਿਰਮ ਖਾ ਜਾਣਗੇ, ਕੀੜੇ ਖਾ ਜਾਣਗੇ। ਕਾਚੀ ਗਾਗਰ ਨੀਰ ਪਰਤ ਹੈ, ਕਹਿੰਦੇ ਜਿਵੇਂ ਕੋਈ ਕੱਚੀ ਗਾਗਰ ਜੇ ਭਲਾ ਇਸ ਨੂੰ ਪਾਣੀ ਵਿੱਚ ਵਹਾ ਦਿੱਤਾ ਜਾਵੇ ਮਹਾਰਾਜ, ਫਿਰ ਕਹਿੰਦੇ ਜਿਵੇਂ ਕੱਚੀ ਗਾਗਰ ਵਿੱਚ ਪਾਣੀ ਪਾ ਦਈਏ ਜਾਂ ਪਾਣੀ ਦੇ ਵਿੱਚ ਰੱਖ ਦਈਏ ਤੇ ਗਲ ਜਾਂਦੀ, ਐਵੇਂ ਇਹ ਦੇਹ ਹੀ ਗਲ ਜਾਵੇਗੀ ਜੀ। ਇਹ ਤਨ ਕੀ ਇਹ ਵਡਾਈ, ਕਹਿੰਦੇ ਸੱਜਣਾ ਇਹ ਸਰੀਰ ਦੀ ਕੇਵਲ ਇੰਨੀ ਵਡਿਆਈ ਹੈ। ਜੇ ਸਾੜ ਦਿੱਤਾ ਤੇ ਸਵਾਹ, ਜੇ ਧਰਤੀ 'ਚ ਦਬ ਦਿੱਤਾ ਤੇ ਕਿਰਮ ਖਾ ਜਾਣਗੇ, ਜੇ ਪਾਣੀ 'ਚ ਪਾ ਦਿੱਤਾ ਤੇ ਗਲ ਜਾਵੇਗਾ। ਵੱਖੋ ਵੱਖਰੇ ਧਰਮਾਂ ਨੇ ਇਹ ਮੰਨ ਲਿਆ ਕਿ ਜੇ ਭਾਈ ਕਿਸੇ ਦਾ ਸੰਸਕਾਰ ਪੂਰਾ ਕਰ ਦਿੱਤਾ ਜਾਵੇ ਜੋ ਉਸ ਧਰਮ ਦੀ ਮਰਿਆਦਾ ਹੈ ਤਾਂ ਮਨੁੱਖ ਦੀ ਗਤੀ ਹੋ ਜਾਵੇਗੀ। ਪਰ ਗੁਰਬਾਣੀ ਗੁਰਮਤਿ ਰਹਿਤ ਮਰਿਆਦਾ ਇਸ ਗੱਲ ਦਾ ਖੰਡਨ ਕਰਦੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਸੰਸਕਾਰ ਕਰਨ ਦੇ ਨਾਲ ਕਿਸੇ ਦੀ ਗਤੀ ਹੋ ਗਈ ਇਹ ਗੱਲ ਦਾ ਤੁਸੀਂ ਭਰੋਸਾ ਨਹੀਂ ਕਰ ਸਕਦੇ। ਜਿਵੇਂ ਸਾਹਿਬ ਬਾਬਾ ਫਰੀਦ ਜੀ ਦੇ ਨਾਲ ਜਿਸ ਸਮੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਮਿਲੇ, ਦਰਸ਼ਨ ਦੀਦਾਰ ਕੀਤੇ, ਬਚਨ ਕੀਤੇ, ਪਾਤਸ਼ਾਹ ਇਸਲਾਮ ਮਤ ਇਹ ਮੰਨਦਾ ਹੈ ਕਿ ਜਿਹੜੇ ਮਨੁੱਖ ਨੂੰ
ਸਾੜ ਦਿੱਤਾ ਜਾਂਦਾ ਹੈ, ਧਰਤੀ ਤੇ ਸੰਸਕਾਰ ਕਰ ਦਿੱਤਾ ਜਾਂਦਾ ਹੈ। ਜਿਸ ਦੇਹੀ ਦਾ ਉਸ ਨੂੰ ਦੋਜਕ ਦੀ ਅੱਗ ਵਿੱਚ ਵੀ ਸੜਨਾ ਪੈਂਦਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਭਗਤ ਫਰੀਦ ਜੀ, ਐਵੇਂ ਨਹੀਂ ਹੈ। ਮਹਾਰਾਜ ਤੁਸੀਂ ਦੱਸੋ। ਮਹਾਰਾਜ ਨੇ ਬਚਨ ਕੀਤੇ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਕੜ ਭਾਂਡੇ ਇੱਟਾਂ ਕੀਆ, ਜਲਦੀ ਕਰੇ ਪੁਕਾਰ, ਜਲ ਜਲ ਰੋਵਹਿ ਬੱਪੜੀ, ਝੜ ਝੜ ਪਵੈ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੈ ਕਰਤਾਰ। ਕਹਿਣ ਲੱਗੇ ਭਾਈ ਵੇਖ, ਜੇ ਤੂੰ ਕਹਿੰਦਾ ਕਿ ਸਾੜੇ ਨਹੀਂ ਜਾਂਦੇ ਤੇ ਫਿਰ ਸਾਰੇ ਹੀ ਸਾੜੇ ਜਾ ਰਹੇ ਹਨ। ਕਾਰਨ ਕੀ, ਜੇ ਜਿਸ ਥਾਂ ਤੇ ਜਿਸ ਧਰਤੀ ਵਿੱਚ ਮਨੁੱਖਾਂ ਨੂੰ ਦਫਨਾਇਆ ਜਾਂਦਾ ਹੈ, ਸਰੀਰਾਂ ਦੇ ਦਫਨਾਉਣ ਕਰਕੇ ਉਹ ਮਿੱਟੀ ਬਹੁਤੀ ਚੀਕਣੀ ਹੋ ਜਾਂਦੀ ਹੈ। ਉਹ ਮਿੱਟੀ ਚੀਕਣੀ ਹੋਣੇ ਤੇ ਭਾਂਡੇ ਘੜਨ ਵਾਲੇ ਉੱਥੋਂ ਮਿੱਟੀ ਪੁੱਟ ਕਰਕੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਚੱਕ ਤੇ ਚਾੜ ਕਰਕੇ ਭਾਂਡਾ ਬਣਾ ਕਰਕੇ ਗੁੰਨਣ ਤੋਂ ਬਾਅਦ ਫਿਰ ਉਸ ਨੂੰ ਭਾਈ ਜਾ ਕਰਕੇ ਤੇ ਅੱਗ ਦੇ ਵਿੱਚ ਸਾੜਨਾ ਕਰਦੇ, ਫਿਰ ਜਾ ਕਰਕੇ ਪੱਕਾ ਭਾਂਡਾ ਬਣਦਾ। ਮਹਾਰਾਜ ਕਹਿੰਦੇ ਉਹ ਵੀ ਸੜ ਰਹੀ ਹੈ। ਬਾਬਾ ਫਰੀਦ ਜੀ ਨੇ ਦੂਸਰਾ ਸਵਾਲ ਕਰ ਦਿੱਤਾ, ਪਾਤਸ਼ਾਹ ਜੇ ਉਹ ਸੜ ਰਹੀ ਹੈ ਤਾਂ ਫਿਰ ਮਹਾਰਾਜ ਇਹ ਕਿਵੇਂ ਜ਼ਰੂਰੀ ਹੈ ਕਿ ਕਬਰਾਂ ਦੀ ਮਿੱਟੀ ਪੁੱਟੀ ਜਾਂਦੀ। ਗੁਰਦੇਵ ਜੀ ਨੇ ਬਚਨ ਕੀਤਾ ਕਿ ਵੇਖੋ ਇਹ ਤੁਹਾਡੇ ਗ੍ਰੰਥਾਂ ਦਾ ਹੀ ਹਵਾਲਾ ਹੈ ਕਿ ਜਦੋਂ ਮਨੁੱਖ ਤੁਰਦਾ ਹੈ, ਇੱਕ ਪੈਰ ਉਸਦਾ ਵਜ਼ੀਰ ਦੀ ਕਬਰ ਉੱਤੇ ਆਉਂਦਾ ਹੈ, ਦੂਸਰਾ ਪੈਰ ਬਾਦਸ਼ਾਹ ਦੀ ਕਬਰ ਤੇ ਆਉਂਦਾ। ਭਾਵ ਇੰਨੇ ਬਾਦਸ਼ਾਹ ਇੰਨੇ ਵਜ਼ੀਰ ਹੋ ਕਰਕੇ ਸੰਸਾਰ ਤੋਂ ਤੁਰ ਗਏ ਹਨ। ਕਿੰਨਿਆਂ ਕੁ ਦੀ ਗਿਣਤੀ ਕਰੀਏ ਜਿਹੜੇ ਧਰਤੀ ਵਿੱਚ ਦੱਬੇ ਹੋਏ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਇੰਨੇ ਲੋਕ ਦੱਬੇ ਜਾ ਚੁੱਕੇ ਨੇ ਇਸ ਧਰਤੀ ਦੇ ਵਿੱਚ। ਇਸ ਕਰਕੇ ਜੇ ਭਾਈ ਵਜ਼ੀਰ ਤੇ ਬਾਦਸ਼ਾਹ ਦੀ ਕਬਰ ਤੇ ਪੈਰ ਰੱਖ ਕੇ ਮਨੁੱਖ ਤੁਰ ਰਿਹਾ ਹੈ, ਉਹ ਮਿੱਟੀ ਜਿੱਥੋਂ ਪੁੱਟੀ ਗਈ ਉਹ ਕਬਰਾਂ ਦੀ ਮਿੱਟੀ ਹੋਵੇਗੀ ਨਾ, ਉਹ ਕਿਸੇ ਸਰੀਰ ਦੀ ਮਿੱਟੀ ਹੋਵੇਗੀ ਨਾ, ਜਿੱਥੋਂ ਚੀਕਣੀ ਮਿੱਟੀ ਜਾ ਕਰਕੇ ਉਹ ਜਿਹੜੇ ਭਾਂਡੇ ਬਣਾਉਣ ਵਾਲੇ ਹਨ ਉਹਨਾਂ ਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਭਾਈ ਇਹ ਮਿੱਟੀ ਉਹ ਵੀ ਸੜ ਰਹੀ ਤੇ ਮਹਾਰਾਜ ਜੇ ਭਲਾ ਜਲ ਵਿੱਚ ਡੋਬ ਦਿੱਤਾ ਜਾਵੇ, ਕਹਿਣ ਲੱਗੇ ਭਾਈ ਸਰੀਰ ਗਲ ਜਾਵੇਗਾ, ਇਸ ਤੋਂ ਵੱਧ ਕੱਖ। ਮਹਾਰਾਜ ਹੋਰ ਦੱਸੋ। ਇਸੇ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਵੀ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ, ਕਿਰਪਾਲੋ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਬਾਬਾ ਫਰੀਦ ਜੀ ਦੀ ਜਿਸ ਸਮੇਂ ਭੇਟ ਹੋਈ ਹੈ, ਵਿਚਾਰ ਹੋਈ ਹੈ, ਉਸ ਸਮੇਂ ਦੱਸਿਆ ਹੈ ਮਹਾਰਾਜ ਜੀ ਨੇ ਕਿ ਜਿਹੜਾ ਸੋ ਧਰਤੀ 'ਚ ਦਫਨਾ ਦੇਣਾ ਹੈ ਕੋਈ ਬਹੁਤੀ ਚੰਗੀ ਬਾਤ ਨਹੀਂ, ਇਹਦੇ ਨਾਲ ਕਿਸੇ ਮਨੁੱਖ ਦੀ ਮੁਕਤੀ ਨਹੀਂ। ਇਹ ਤੇ ਪਰਮੇਸ਼ਰ ਵਾਹਿਗੁਰੂ ਹੀ ਜਾਣਦਾ ਹੈ ਨਾ ਕਿ ਕਿਵੇਂ ਮੁਕਤ ਕਰੇਗਾ ਉਹਦੇ ਕਰਮਾਂ। ਕਿਉਂਕਿ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ 'ਚ ਵੀ ਪੜ੍ਹਦੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਭਾਈ ਇਹ ਤੇ ਕਰਮਾਂ ਦੇ ਨਾਲ ਨਿਬੜਨੀ ਹੈ, ਸੰਸਕਾਰਾਂ ਦੇ ਨਾਲ ਨਹੀਂ। ਜਿਵੇਂ ਦੀ ਤੇਰੇ ਕਰਮ ਹੋਣਗੇ, ਜਿਵੇਂ ਦੀ ਕਰਤੂਤ ਹੋਵੇਗੀ, ਉਹਦੇ ਨਾਲ ਹੀ ਤੇਰਾ ਉਧਾਰ ਹੋ ਸਕਦਾ। ਅਥਵਾ ਜੇ ਕੇਵਲ ਸੰਸਕਾਰ ਕਰਕੇ ਹੀ ਕੋਈ ਚਾਹਵੇ ਤੇ ਫਿਰ ਤੇ ਭਾਈ ਖੁੱਲੀ ਛੁੱਟੀ ਮਿਲ ਗਈ ਨਾ, ਜੋ ਮਰਜ਼ੀ ਕਰੀ ਜਾਵੋ, ਮਗਰੋਂ ਜੀਆਂ ਨੂੰ ਇੰਨਾ ਕਹਿ ਦਵੋ ਕਿ ਮੇਰਾ ਸੰਸਕਾਰ ਭਾਈ ਸਹੀ ਤਰੀਕੇ ਦੇ ਨਾਲ ਕਰ ਦਿਆ ਜੀ। ਸੋ ਉਸ ਸਮੇਂ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਇੱਕ ਦਜ ਇਹ, ਇੱਕ ਦੱਬੀ ਇਹ, ਇੱਕ ਨਾ ਕੁੱਤੇ ਖਾਹੇ, ਇੱਕ ਸੋ ਇਸ ਤਰੀਕੇ ਦੇ ਨਾਲ ਇੱਕ ਪਾਣੀ ਵਿੱਚ ਸੁੱਟੀਐ ਭੀ ਫਿਰ ਹਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਮਹੱਲੇ ਤੀਜੇ ਵਿੱਚ ਇਹ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਬਚਨ ਕੀਤੇ ਗੁਰਸਿੱਖੋ, ਇਕਣਾ ਨੂੰ ਦਾਜੇ ਸਾੜ ਦਿੱਤਾ ਜਾਂਦਾ, ਇਕਣਾ ਨੂੰ ਦੱਬ ਦਿੱਤਾ ਜਾਂਦਾ ਹੈ। ਇੱਕ ਪਾਣੀ ਵਿੱਚ ਸੱਟੀ ਹੈ, ਇਕਣਾ ਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਫਿਰ ਇਸੇ ਤਰੀਕੇ ਦੇ ਨਾਲ ਇਕਣਾ ਕੁੱਤੇ ਖਾਏ, ਇੱਕ ਐਸੇ ਨੇ ਜਿਨ੍ਹਾਂ ਨੂੰ ਸੋ ਭਾਈ ਸਰੀਰ ਰੱਖ ਦਿੱਤਾ ਜਾਂਦਾ ਬੀਆਬਾਨ ਜੰਗਲਾਂ 'ਚ ਜਾ ਕਰਕੇ ਕਿ ਕੋਈ ਪਸ਼ੂ ਜਾਨਵਰ ਪੰਛੀ ਕੋਈ ਇਹਨੂੰ ਖਾ ਲਵੇਗਾ ਤੇ ਉਹਦੇ ਪੇਟ ਦਾ ਕਾਰਨ ਬਣ ਜਾਵੇਗਾ, ਆਧਾਰ ਦਾ ਕਾਰਨ। ਚਲੋ ਇਹੋ ਹੀ ਕਰ ਦਵੋ। ਕਿਸੇ ਨੇ ਆਪਣਾ ਸਰੀਰ ਜਲ ਵਿੱਚ ਜਿਹੜਾ ਜਲ ਪ੍ਰਵਾਹ ਕਰਵਾ ਲਿਆ, ਜਿਹਨੂੰ ਆਪਾਂ ਕਹਿ ਦਿੰਨੇ, ਜਿਵੇਂ ਕਈ ਮਹਾਂਪੁਰਖਾਂ ਨੇ ਵੀ ਆਪਣੇ ਸਰੀਰ ਜਲ ਪ੍ਰਵਾਹ ਕਰਵਾਏ ਹਨ ਕਿ ਘੱਟ ਤੋਂ ਘੱਟ ਇਹ ਸਰੀਰ ਜਿਹੜੇ ਜਲ ਦੇ ਜੀਵ ਨੇ ਉਹਨਾਂ ਦੇ ਕੰਮ ਹੀ ਆ ਜਾਵੇ। ਪਰ ਇਸੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਭਾਈ ਇਹ ਕੇਵਲ ਇੱਕ ਕਿਰਿਆ ਹੈ, ਕੇਵਲ ਇੱਕ ਕਿਰਿਆ।
ਇਹ ਕਿਰਿਆ ਦੇ ਨਾਲ ਮੁਕਤੀ ਦਾ ਕੋਈ ਸੰਬੰਧ ਨਹੀਂ ਹੈ। ਇੱਕ ਭੀ ਫਿਰ ਹੱਸਣ ਪਾਹੇ, ਭੀ ਫਿਰ ਹੱਸਣ ਪਾਹੇ ਤੋਂ ਭਾਵ ਹੱਸਣ ਨਾਮ ਹੈ ਖੂਹ ਦਾ। ਫਾਰਸੀ ਲੋਕ ਕੀ ਕਰਦੇ ਨੇ, ਉਹਨਾਂ ਨੇ ਖੂਹ ਬਣਾਏ ਹੋਏ ਨੇ ਧਰਤੀ ਤੋਂ ਉੱਚੇ, ਸੁੱਕੇ ਖੂਹ। ਹੱਸਣ ਸੁੱਕੇ ਖੂਹ ਨੂੰ ਕਹਿੰਦੇ। ਉਹਦੇ ਉੱਤੇ ਜਾਲ ਬੱਧਾ ਹੁੰਦਾ ਹੈ, ਉੱਤੇ ਜਾ ਕੇ ਸਰੀਰ ਰੱਖ ਦਿੰਦੇ ਨੇ। ਉਹ ਸਰੀਰ ਜਿਹੜੇ ਨੇ ਉਹਨਾਂ ਨੂੰ ਕਾਂ ਗਿਰਜਾਂ ਨੋਚ ਕੇ ਖਾ ਜਾਂਦੀਆਂ ਨੇ ਤੇ ਹੱਡੀਆਂ ਥੱਲੇ ਖੂਹ ਵਿੱਚ ਡਿੱਗ ਪੈਂਦੀਆਂ। ਮਾਰੇ ਕਹਿੰਦੇ ਕਈ ਇਸ ਤਰੀਕੇ ਦੀ ਕਿਰਿਆ ਕਰਦੇ ਹਨ, ਪਰ ਭਾਈ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ। ਇਹ ਸਾਰਿਆਂ ਤਰੀਕਿਆਂ ਕਰਕੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮਨੁੱਖ ਮੁਕਤ ਹੋ ਗਿਆ। ਮੁਕਤੀ ਦਾ ਕਾਰਨ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਉਸ ਨਾਮ ਤੋਂ ਬਿਨਾ, ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੇ ਤੋਂ ਬਿਨਾ ਮੁਕਤੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਮਿਲ ਸਕਦੀ। ਇਹ ਕੇਵਲ ਤੇਰੇ ਸਰੀਰ ਦੀ ਹਕੀਕਤ ਸੀ। ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਰਮ ਦਲ ਖਾਈ, ਕਾਚੀ ਗਾਗਰ ਨੀਰ ਪੜਤ ਹੈ, ਇਹ ਤਨ ਕੀ ਇਹ ਵਡਾਈ। ਇਸ ਤਨ ਦੀ ਇਹੋ ਹੀ ਵਡਿਆਈ ਹੈ, ਇਹ ਤਨ ਦੀ ਇਹ ਹਕੀਕਤ ਹੈ। ਜੇ ਸੱਜਣਾ ਦਫਨਾ ਦਿੱਤਾ ਗਿਆ ਤਾਂ ਇਹ ਭਾਈ ਧਰਤੀ ਦੇ ਵਿੱਚ ਇਸ ਨੂੰ ਕੀੜੇ ਕਿਰਮ ਖਾ ਜਾਣਗੇ। ਹਾਂ, ਜੇ ਫਿਰ ਜੀ ਸੰਸਕਾਰ ਕਿਉਂ ਜ਼ਿਆਦਾ ਕੀਤਾ ਜਾਂਦਾ, ਉਸ ਦਾ ਕਾਰਨ ਹੈ ਜਦੋਂ ਮਨੁੱਖ ਦੀ ਦੇਹ ਸੜ ਜਾਂਦੀ ਹੈ, ਕਿਸੇ ਵੀ ਤਰੀਕੇ ਦਾ ਰੋਗ ਜੋ ਕੁਝ ਵੀ ਹੈ ਉਹਦੇ ਨਾਲ ਹੀ ਸਰੀਰ ਵਿੱਚ ਸੜ ਜਾਂਦਾ। ਨਹੀਂ ਤਾਂ ਭਾਈ ਕਈ ਵਾਰ ਆਪਾਂ ਵੇਖਦੇ ਹਾਂ, ਪਿੱਛੇ ਜੇ ਇੱਕ ਕੋਈ ਖੂਹ ਪੁੱਟੇ ਜਾ ਰਹੇ ਸਨ ਤੇਲ ਦੇ ਵਿੱਚ, ਅਰਬ ਦੇਸ਼ ਦੇ ਵਿੱਚ। ਇੱਕ ਮਨੁੱਖ ਨੂੰ ਖੂਹ ਪੁੱਟਦੇ ਸਮੇਂ ਉਹਦੇ ਸਰੀਰ ਨੂੰ ਕੋਈ ਲਾਗ ਲੱਗੇ, ਉਹ ਲਾਗ ਲੱਗਣੇ ਤੇ ਉਹਦਾ ਸਰੀਰ ਗਲਣਾ ਸ਼ੁਰੂ ਹੋਇਆ। ਜਿਸ ਸਮੇਂ ਡਾਕਟਰ ਉਹਦਾ ਇਲਾਜ ਕਰਨ ਲੱਗੇ ਤੇ ਉਹਨਾਂ ਨੇ ਉਸ ਨੂੰ ਆਖਿਆ, ਭਾਈ ਇਹ ਤੇ ਹਜ਼ਾਰਾਂ ਸਾਲ ਪੁਰਾਣੀ ਬਿਮਾਰੀ ਹੈ, ਤੇਰੇ ਸਰੀਰ ਨੂੰ ਇਹ ਕਿਵੇਂ ਲੱਗ ਗਈ। ਫਿਰ ਖੋਜ ਤੋਂ ਇਹ ਪਤਾ ਲੱਗਿਆ ਕਿ ਧਰਤੀ ਦੇ ਵਿੱਚ ਜਿਸ ਮਨੁੱਖ ਨੂੰ ਦਫਨਾਇਆ ਹੋਵੇਗਾ, ਉਸ ਮਨੁੱਖ ਦੇ ਸਰੀਰ ਨੂੰ ਇਹ ਲਾਗ ਲੱਗੀ ਹੋਵੇਗੀ। ਜਿਸ ਸਮੇਂ ਇਹ ਬੋਰ ਕਰਦਾ ਸੀ, ਉਹ ਧਰਤੀ ਦੇ ਵਿੱਚੋਂ ਉਹ ਤੱਤ ਇਹਦੇ ਸਰੀਰ ਨੂੰ ਲੱਗਣ ਕਰਕੇ ਇਸ ਨੂੰ ਇਹ ਬਿਮਾਰੀ ਹੋ ਗਈ। ਸਰੀਰ ਦੇ ਸੰਸਕਾਰ ਕਰਨੇ ਤੇ ਜਿਹੜੇ ਰੋਗ ਹਨ, ਬਿਮਾਰੀਆਂ ਹਨ, ਉਹ ਨਾਲ ਦੇ ਨਾਲ ਹੀ ਖਤਮ ਹੋ ਜਾਂਦੀਆਂ, ਕਿਉਂਕਿ ਅਗਨੀ ਸਭ ਕੁਝ ਨੂੰ ਸਾੜ ਕਰਕੇ ਸਵਾਹ ਕਰ ਦਿੰਦੀ। ਇਸ ਕਰਕੇ ਪ੍ਰਚਲਿਤ ਜ਼ਿਆਦਾ ਸੰਸਕਾਰ ਕਰਨਾ। ਪਰ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਦੀ, ਇਸ ਤਨ ਦੀ ਵਡਿਆਈ ਇਹ ਹੈ, ਕੇਵਲ ਸਰੀਰ ਦੀ ਮਰਿਆਦਾ ਹੈ, ਜੀਵ ਰੂਪੀ ਆਤਮਾ ਦੀ ਇਹ ਮਰਿਆਦਾ ਨਹੀਂ ਹੈ। ਜੇ ਇਸ ਨੂੰ ਮੰਨੀਏ ਕਿ ਇਸ ਕਿਰਿਆ ਕਰਕੇ ਜੀਵ ਰੂਪੀ ਆਤਮਾ ਦਾ ਉਧਾਰ ਹੋ ਜਾਵੇਗਾ ਤੇ ਬਿਲਕੁਲ ਨਹੀਂ ਹੋ ਸਕਦਾ। ਇਹ ਕੇਵਲ ਸਰੀਰਕ ਮਰਿਆਦਾ ਹੈ। ਜੇ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕਾਹਦਾ ਭਲਾ ਫਲਾਵਟਪੁਣਾ ਹੋਇਆ, ਕਿਸ ਗੱਲ ਦਾ ਹੰਕਾਰ ਕਰਦਾ ਫਿਰਦਾ ਹੈ, ਕਿਸ ਗੱਲ ਦੀ ਬਹੁਤੀ ਤੈਨੂੰ। ਸੋ ਇਹ ਆਕੜ ਆਈ ਹੋਈ ਹੈ ਇਹ ਸਰੀਰ ਕਰਕੇ। ਵੇਖ, ਇਹ ਉਹੋ ਹੀ ਸਰੀਰ ਹੈ ਜਿਹੜਾ ਕਦੀ ਬਾਲ ਅਵਸਥਾ ਵਿੱਚ ਅਧੀਨ ਸੀ ਕਿਸੇ ਦਾ, ਉਹੋ ਹੀ ਸਰੀਰ ਹੈ। ਜੇ ਹੁਣ ਜਵਾਨੀ ਆਈ ਤੇ ਫੰਕਾਰੇ ਮਾਰਦਾ ਫਿਰਦਾ, ਫੰਕਾਰੇ ਮਾਰਦਾ ਫਿਰਦਾ ਹੈ। ਕਹਿੰਦਾ ਮੇਰੇ ਨਾਲੋਂ ਵੱਡਾ ਕੋਈ ਨਹੀਂ, ਮੈਂ ਹੁਣ ਜਵਾਨ ਹੋ ਗਿਆ, ਮੇਰੇ ਨਾਲੋਂ ਬਲੀ ਕੋਈ ਨਹੀਂ। ਪਰ ਸੱਜਣਾ ਅਗਾਂਹ ਨੂੰ ਝਾਤੀ ਮਾਰ ਕੇ ਵੇਖ ਲਾ, ਅਗਾਂਹ ਨੂੰ ਥੋੜੀ ਜੀ, ਜਦੋਂ ਇਹੋ ਹੀ ਇਹ ਤੇਰੇ ਭਾਈਏ ਵਾਲੀ ਅਵਸਥਾ ਚ ਆ ਗਿਆ, ਬਾਪੂ ਵਾਲੀ ਅਵਸਥਾ ਚ, ਇਹੋ ਹੀ ਸਰੀਰ ਤੇ ਨਿੱਕੇ ਨਿੱਕੇ ਜਵਾਕਾਂ ਨੇ ਵੀ ਆਣ ਕੇ ਕਹਿ ਦੇਣਾ, ਬਾਪੂ ਤੂੰ ਟਿਕ ਕੇ ਬੈਠਾ ਰਿਹਾ ਕਰ, ਤੈਨੂੰ ਚਾਉ ਨਹੀਂ ਹੈਗਾ ਚਾਉ। ਜਦੋਂ ਵੇਖੀਏ ਕੰਮ ਪੁੱਠੇ ਹੀ ਕਰਦਾ ਰਹਿਣਾ, ਪੁੱਠੇ ਹੀ ਸਰੀਰ ਉਦੋਂ ਵੀ ਸੀ ਤੇ ਹੁਣ ਵੀ ਆ। ਪਰ ਸੱਜਣਾ ਕਿਹਦੇ ਗੱਲ ਦੀ ਫਲਾਵਟ ਕਰਦਾ ਹੈ, ਕਿਸ ਗੱਲ ਦਾ ਹੰਕਾਰ। ਸਰੀਰ ਪਹਿਲਾਂ ਵੀ ਸੀ, ਅੱਜ ਵੀ ਹੈ, ਕੱਲ ਨੂੰ ਹੋਵੇਗਾ, ਓੜਕ ਨਾਸ ਹੋ ਜਾਣਾ। ਇਹ ਸਰੀਰ ਦੀ ਕਾਹਦੀ ਫਲਾਵਟ ਹੋਈ ਭਲਾ, ਇਸ ਗੱਲ ਤੇ ਕਾਹਦਾ ਹੰਕਾਰ ਕਰਦਾ ਹੈ। ਜਬ 10 ਮਾਸ ਉਰਦ ਮੁਖ ਰਹਿਤਾ। ਤੇ ਮਨ ਨੇ ਸਵਾਲ ਕਰ ਦਿੱਤਾ, ਨਵੀਂ ਗੱਲ ਕਹਿਣ ਲੱਗਾ, ਚੰਗਾ ਮਹਾਰਾਜ ਬੜੀ ਵਧੀਆ ਤੁਹਾਡੀ ਗੱਲ ਹੈ, ਠੀਕ ਹੈ, ਮੈਂ ਬਾਲਕ ਅਵਸਥਾ ਚ ਸਾਂ, ਬਜ਼ੁਰਗ ਹੋ ਜਾਵਾਂਗਾ, ਅਜੇ ਤੇ ਜਵਾਨ ਆ ਨਾ, ਅਜੇ ਤੇ ਮੈਨੂੰ ਮਾਣ ਕਰਨਾ ਚਾਹੀਦਾ ਨਾ। ਮੈਂ ਏਡਾ ਵੱਡਾ ਸਰੀਰ ਵੇਖੋ, ਮੇਰਾ ਏਡਾ ਸੁੰਦਰ ਸਡੌਲ ਸਰੀਰ ਹੈ, ਮੈਂ ਹੰਕਾਰ ਭਲਾ ਕੱਲ ਹੀ ਨਾ ਕਰਾਂ। ਮਹਾਰਾਜ ਕਹਿਣ ਲੱਗੇ ਪਰ ਸੱਜਣਾ ਇਹ ਵੀ ਚੇਤਾ ਰੱਖ, ਜਦੋਂ ਇਹ ਸਰੀਰ ਬਦਲਣ ਦੀ ਵਾਰੀ ਆਈ ਤੇ ਫਿਰ ਉੱਥੇ ਹੀ ਚਲਿਆ ਜਾਣਾ, ਉੱਥੇ ਜਿੱਥੇ ਮਾਤਾ ਦੇ ਗਰਭ ਚ ਪੁੱਠਾ ਲਮਕਦਾ ਸੀ। ਜਬ 10 ਮਾਸ ਉਰਦ ਮੁਖ ਰਹਿਤਾ, 10 ਮਹੀਨਿਆਂ ਤੱਕ ਮਾਤਾ ਦੇ ਗਰਭ ਦੇ ਵਿੱਚ
10ਵੇਂ ਮਹੀਨੇ ਤੱਕ ਪੁੱਠਾ ਲਮਕਦਾ ਰਿਹਾ, ਪੁੱਠਾ ਪੂਰੇ 9 ਮਹੀਨੇ ਤੈਨੂੰ ਉੱਥੇ ਪੁੱਠਾ ਲਮਕਣਾ ਪਿਆ। 10ਵੇਂ ਮਹੀਨੇ ਜਾ ਕਰਕੇ ਉਹ ਜਿਹੜੀ 9 ਮਹੀਨਿਆਂ ਦੀ ਕੈਦ ਕੱਟੀ ਹੈ ਭਾਈ, ਉਹ ਤੈਨੂੰ ਚੇਤੇ ਕਰਨੀ ਚਾਹੀਦੀ ਹੈ। ਸੋ ਦਿਨ ਕੈਸੇ ਭੁੱਲਿਆ, ਉਹ ਦਿਨ ਭਲਾ ਤੈਨੂੰ ਕਿਸ ਤਰੀਕੇ ਨਾਲ ਭੁੱਲ ਗਿਆ, ਨਹੀਂ ਸੀ ਭੁੱਲਣਾ ਚਾਹੀਦਾ। ਵਿਦਵਾਨ ਜਨ ਗੁਰਮੁਖ ਪਿਆਰੇ ਮੰਨਦੇ ਨੇ ਕਿ ਜਿਸ ਸਮੇਂ ਮਨੁੱਖ ਮਾਤਾ ਦੇ ਗਰਭ 'ਚ ਪੁੱਠਾ ਲਮਕਦਾ ਹੈ, ਉਸ ਸਮੇਂ ਇਸ ਨੂੰ ਆਪਣੇ ਕਈ ਜਨਮਾਂ ਦਾ, ਅਨੇਕਾਂ ਜਨਮਾਂ ਦਾ ਗਿਆਨ ਹੁੰਦਾ ਹੈ। ਉਸ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਪਰਾਬਾਣੀ ਦੁਆਰਾ ਅਰਦਾਸਾਂ ਬੇਨਤੀਆਂ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਇੱਕ ਵਾਰੀ ਕਿਰਪਾ ਕਰ, ਇਸ ਨਰਕ ਦੇ ਵਿੱਚੋਂ ਮੈਨੂੰ ਇੱਕ ਵਾਰੀ ਬਚਾ ਲੈਣਾ ਕਰ, ਛਡਾ ਲੈਣਾ ਕਰ, ਮੈਨੂੰ ਸੰਸਾਰ ਤੇ ਭੇਜ, ਮੈਂ ਜਾ ਕਰਕੇ ਤੇਰੀ ਪ੍ਰੇਮਾ ਭਗਤੀ ਕਰਕੇ ਪਾਤਸ਼ਾਹ ਤੇਰਾ ਨਾਮ ਜਪ ਕਰਕੇ ਇਸ ਸੰਸਾਰ ਤੋਂ ਉਜਲਾ ਹੋ ਕਰਕੇ ਜਾਵਾਂਗਾ। ਇਸ ਸੰਸਾਰ ਦੇ ਉੱਤੇ ਜਾ ਕਰਕੇ ਮੈਂ ਤੇਰੀ ਪ੍ਰੇਮਾ ਭਗਤੀ ਕਰਾਂਗਾ, ਉਹ ਸ਼ੁਭ ਗੁਣ ਕਰਾਂਗਾ ਜਿਨ੍ਹਾਂ ਗੁਣਾਂ ਕਰਕੇ ਪਰਮੇਸ਼ਰ ਵਾਹਿਗੁਰੂ ਤੇਰੇ ਨਾਲ ਮੇਰਾ ਮਿਲਾਪ ਹੋ ਸਕੇ। ਮੈਨੂੰ ਇਸ ਕਰਕੇ ਇੱਕ ਵਾਰੀ ਤੇ ਮੌਕਾ ਦੇ ਦੇ, ਇੱਕ ਵਾਰੀ ਤੇ ਇਹ ਮਨੁੱਖਾ ਦੇਹੀ ਵਿੱਚ ਪਾ ਕਰਕੇ ਸੰਸਾਰ ਤੇ ਭੇਜ। ਪਰ ਭਾਈ ਜਿਸ ਸਮੇਂ ਇਸ ਸੰਸਾਰ ਤੇ ਆਇਆ, ਉਸ ਸਮੇਂ ਮਾਇਆ ਦਾ ਪਰਚਾਵਾ ਇਹੋ ਜਿਹਾ ਪਿਆ, ਉਹ ਸਭ ਕੁਝ ਹੀ ਭੁੱਲ ਗਿਆ। ਪਰ ਪਾਤਸ਼ਾਹ ਇੱਥੇ ਚੇਤਾ ਕਰਾ ਰਹੇ ਨੇ, ਸੱਜਣਾ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ, ਨਹੀਂ ਸੀ ਭੁੱਲਣਾ ਚਾਹੀਦਾ। ਚੇਤੇ ਰਹਿਣਾ ਚਾਹੀਦਾ ਸੀ ਕਿ ਉੱਥੇ ਭਾਈ ਮੈਂ ਪੁੱਠਾ ਲਮਕ ਕਰਕੇ ਪਰਮੇਸ਼ਰ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਸਾਂ, ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਜਿਉ ਮਦ ਮਾਖੀ ਤਿਉ ਸਠੋਰ ਰਸ। ਸੋ ਮਹਾਰਾਜ ਕਹਿੰਦੇ ਇਹ ਜਿਹੜੇ ਵਕਾਰਾਂ ਦੀ ਅਗਨੀ ਵਿੱਚ ਲੱਗਾ ਹੋਇਆ ਹੈ, ਜਿਹੜੇ ਧਨ ਇਕੱਤਰ ਕਰਨ ਦੀ ਬਹੁਤੀ ਤੈਨੂੰ ਹੋੜ ਲੱਗੀ ਹੋਈ ਹੈ ਨਾ, ਹਰ ਸਮੇਂ ਹਾਏ ਪੈਸਾ ਇਹੋ ਹੀ ਜ਼ਬਾਨ ਤੇ ਚੜਿਆ ਹੋਇਆ ਹੈ। ਭਾਵੇਂ ਬਗਤਾ ਤੇ ਭਾਵੇਂ ਇਸੇ ਤਰੀਕੇ ਦੇ ਨਾਲ ਸਰਵਣ ਕਰਨ ਵਾਲਾ ਹੈ, ਭਾਵੇਂ ਕਹਿਣ ਵਾਲੇ ਤੇ ਭਾਵੇਂ ਸੁਣਨ ਵਾਲੇ, ਇੱਕੋ ਹੀ ਚਿੰਤਾ ਲੱਗੀ, ਹਾਏ ਪੈਸੇ। ਮਹਾਰਾਜ ਕਹਿੰਦੇ ਭਾਈ ਇਹ ਤੇ ਐਵੇਂ ਹੈ, ਜਿਉਂ ਮਦ ਮਾਖੀ ਤਿਉਂ ਸਠੋਰ ਰਸ। ਕਹਿੰਦੇ ਜਿਵੇਂ ਮਧੂ ਮੱਖੀਆਂ ਜਿਹੜੀਆਂ ਸ਼ਹਿਦ ਇਕੱਠਾ ਕਰਨ ਵਾਲੀਆਂ ਹਨ, ਕਹਿੰਦੇ ਭਾਈ ਉਹਨਾਂ ਨੇ ਸ਼ਹਿਦ ਇਕੱਠਾ ਕੀਤਾ ਤੇ ਜਿਹੜੇ ਉਹ ਸ਼ਹਿਦ ਨੂੰ ਚੋਣ ਵਾਲੇ ਸਨ, ਉਸ ਨੂੰ ਇਕੱਤਰ ਕਰਨ ਵਾਲੇ ਸਨ, ਉਹਨਾਂ ਧੂਆਂ ਬਾਲਿਆ। ਜਿਸ ਸਮੇਂ ਉਹ ਧੂਆਂ ਬਹੁਤਾ ਬਲਿਆ, ਉਹਨਾਂ ਦੀਆਂ ਅੱਖਾਂ ਦੇ ਨੇੜੇ ਕੀਤਾ, ਥੱਲੇ ਬਹੁਤੀ ਅਗਨੀ ਬਾਲ ਕਰਕੇ ਤੇ ਮੱਖੀਆਂ ਪਾਸੇ ਕਰ ਦਿੱਤੀਆਂ ਤੇ ਉਹ ਛੱਚਾ ਲਾਹ ਕਰਕੇ ਤੇ ਅਗਾਂਹ ਤੁਰਦੇ ਬਣੇ, ਅਗਾਂਹ। ਐਵੇਂ ਕਹਿੰਦੇ ਜਿਹੜੀ ਇਹ ਮਾਇਆ ਦੀ ਪ੍ਰੀਤੀ ਹੈ ਨਾ, ਉਹ ਮਧੂ ਮੱਖੀਆਂ ਦੇ ਭਾਈ ਸ਼ਹਿਦ ਵਰਗੀ ਹੈ। ਉਹ ਵੀ ਇਕੱਤਰ ਜਿਸ ਸਮੇਂ ਕਰਦੀਆਂ ਹਨ, ਇਕੱਤਰ ਕਰਨ ਤੋਂ ਭਾਵ ਇਹ ਨਹੀਂ ਕਿ ਉਹ ਲੋਕਾਂ ਵਾਸਤੇ ਉੱਥੇ ਇਕੱਤਰ ਕਰਦੀਆਂ ਹਨ। ਇਕੱਤਰ ਕਰਨ ਦਾ ਭਾਵ ਹੈ ਇਹਨੂੰ ਵਿਹਲੇ ਬਹਿ ਕੇ ਤੇ ਫਿਰ ਅਸੀਂ ਇਸ ਸ਼ਹਿਦ, ਇਸ ਰਸ ਨੂੰ ਖਾਵਾਂਗੇ। ਜਿਵੇਂ ਮੇਰੇ ਵਰਗਿਆਂ ਦੀਆਂ ਪ੍ਰੀਤੀ ਬਣੀ ਹੋਈ ਹੈ ਕਿ ਧਨ ਇੱਕ ਵਾਰੀ ਇਕੱਤਰ ਹੋ ਜਾਵੇ, ਜਿਸ ਸਮੇਂ ਬਹੁਤਾ ਆ ਜਾਵੇਗਾ ਨਾ, ਫਿਰ ਬੈਠ ਕਰਕੇ ਇਸ ਨੂੰ ਖਾ ਲਵਾਂਗੇ। ਛੱਚੇ ਵਿੱਚ ਉੱਥੇ ਛੱਚਾ ਲੱਗਾ, ਇੱਥੇ ਖਾਤੇ ਖੁਲਾਏ ਨੇ, ਜਾਂ ਇਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਯਤਨ ਕਰਕੇ ਤੇ ਧਨ ਜੋੜਨ ਦਾ ਜਿਹੜਾ ਪ੍ਰਬੰਧ ਉਹ ਕੀਤਾ ਜਾ ਰਿਹਾ ਹੈ। ਪਰ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹੈ ਧਨ ਮੇਰਾ। ਕਹਿਣ ਲੱਗੇ ਸੂਮ ਨੂੰ ਤੇ ਪਰਮੇਸ਼ਰ ਨੇ ਧਨ ਰੱਖਣ ਵਾਸਤੇ ਦਿੱਤਾ ਹੋਇਆ ਹੈ, ਉਹ ਮੂਰਖ ਇਹੋ ਹੀ ਸਮਝੀ ਜਾਂਦਾ ਹੈ ਕਿ ਇਹ ਧਨ ਮੇਰਾ ਹੈ, ਮੈਂ ਇਹਨੂੰ ਵਰਤ ਲਵਾਂਗਾ ਅੱਗੇ ਜਾ ਕੇ। ਪਰ ਕਹਿੰਦੇ ਨਹੀਂ ਸੱਜਣਾ, ਤੂੰ ਤੇ ਕੇਵਲ ਮੱਖੀਆਂ ਵਾਂਗ ਇਹ ਜਿਹੜਾ ਭਾਈ ਸ਼ਹਿਦ ਇਕੱਤਰ ਕਰਨ ਲਈ ਰੱਖਿਆ ਹੋਇਆ ਹੈ। ਪੀਣ ਵਾਲੇ ਤੇ ਮਗਰ ਪਰਮੇਸ਼ਰ ਨੇ ਸ਼ਿਕਾਰੀ ਭੇਜ ਹੀ ਦੇਣੇ, ਭੇਜ ਹੀ। ਜਿਹਨੂੰ ਆਪਣੀ ਦੇਸੀ ਜੀ ਭਾਸ਼ਾ ਦੀ ਕਹਾਵਤ ਹੈ, ਆਪਣੀ ਪੰਜਾਬੀ ਭਾਸ਼ਾ ਦੀ, ਕਿ ਸੂਮਾਂ ਦੀ ਖੱਟੀ ਤੇ ਕੁੱਤੇ ਜਾਣ ਗਵਾ। ਮਗਰੋਂ ਇਹੋ ਜਿਹੇ ਵੀ ਆ ਜਾਣੇ ਜਿਨ੍ਹਾਂ ਸਾਰੀ ਦੀ ਸਾਰੀ ਗਵਾ ਦੇਣੀ, ਪੱਲੇ ਕੱਖ ਨਹੀਂ ਰਹਿਣ ਦੇਣਾ। ਸਠੋਰ ਰਸ ਤੋਂ ਭਾਵ ਹੈ 60 60 ਨਾਮ ਹੁੰਦਾ ਹੈ ਮੂਰਖ, ਔਰ ਨਾਮ ਹਿਰਦੇ ਦਾ। ਮੂਰਖ ਹਿਰਦੇ ਵਾਲਾ ਰਸ ਹੈ, ਮੂਰਖ ਹਿਰਦੇ ਵਾਲਾ। ਬਹੁਤਾ ਹੱਠ ਕਰਕੇ ਕਿ ਨਹੀਂ ਜੀ ਐਵੇਂ ਗੱਲਾਂ ਕਰੀ ਜਾਂਦੇ, ਐਵੇਂ ਗੱਲਾਂ, ਜਦੋਂ ਵਡੇਪਾ ਆ ਜਾਵੇਗਾ ਮੈਂ ਉਦੋਂ ਵਿਹਲਾ ਬੈਠ ਕਰਕੇ ਖਾ ਲਵਾਂਗਾ। ਪਾਤਸ਼ਾਹ ਜੀ ਮੈਂ ਫਿਰ ਬੁੱਢੇ ਹੋ ਕੇ ਤੇ ਖਾ ਸਕਦਾ, ਉਹਨਾਂ ਚਿਰ ਭਲਾ ਮੈਨੂੰ ਜੋੜ ਲੈਣ ਦਵੋ, ਜਦੋਂ 70-72 ਗਿਆ ਉਦੋਂ ਖਾ ਲਵਾਂਗਾ। ਮਹਾਰਾਜ ਕਹਿੰਦੇ ਭਾਈ ਨਹੀਂ, ਉਹ ਪਰਮੇਸ਼ਰ ਵਾਹਿਗੁਰੂ ਦੀ ਘਰ ਦੀ ਕਲਾ ਐਵੇਂ ਨਹੀਂ ਹੈ।
ਮਹਾਰਾਜ ਉੱਥੇ ਕਿਵੇਂ ਕਹਿੰਦੇ, ਬਾਰੇ ਬੁੱਢੇ ਤਰਨਾ ਭਈਆ ਸਭੂ ਜੰਮ ਲੈ ਜਾਈ ਹੈ ਰੇ। ਭਾਈ ਭਾਵੇਂ ਕੋਈ ਬਾਲਕ ਹੈ, ਭਾਵੇਂ ਬੁੱਢਾ ਹੈ, ਤੇ ਭਾਵੇਂ ਤਰਨਾ ਜਵਾਨ ਹੈ, ਪਤਾ ਨਹੀਂ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਜਿਸ ਦਿਨ ਵਾਰੀ ਆ ਗਈ ਉਸ ਦਿਨ ਤੁਰਨਾ ਪੈਣਾ ਹੈ, ਕਿਉਂਕਿ ਇਹ ਸੰਸਾਰ ਤੇ ਰਹਿਣਾ ਇਸ ਤਰੀਕੇ ਦਾ ਹੈ ਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਘੜੀ ਦੀ ਵੀ ਮੋਹਲਤ ਸਾਡੇ ਪਾਸ ਨਹੀਂ ਹੈ, ਜਾਣਦੇ ਨਹੀਂ ਹਾਂ ਕਿ ਸਮੇਂ ਚੱਲਣਾ ਪਵੇਗਾ। ਇਸ ਕਰਕੇ ਕਹਿੰਦੇ ਇਹ ਮੂਰਖਾਂ ਵਾਲੇ ਹਿਰਦੇ ਵਾਲਾ ਰਸ ਹੈ, ਇਸ ਤੋਂ ਅੱਗੇ ਕੁਝ ਨਹੀਂ ਹੈ ਜੀ। ਜੋਰ ਜੋਰ ਧਨ ਕੀਆ, ਕਹਿੰਦੇ ਜੋੜ ਜੋੜ ਕੇ ਬੜਾ ਧਨ ਇਕੱਤਰ ਕਰ ਲਿਆ, ਓੜਕ ਪਾਈ ਉਹ ਕਿਸੇ ਕੰਮ ਨਹੀਂ ਆਇਆ ਜੀ। ਮਰਤੀ ਬਾਰ ਲੇਹੋ ਲੇਹੋ ਕਰੀਐ, ਤੇ ਜਦੋਂ ਮਰਨ ਦਾ ਸਮਾਂ ਆ ਗਿਆ, ਜਦੋਂ ਜੇ ਬਜ਼ੁਰਗ ਹੋ ਵੀ ਗਿਆ ਭਾਈ, ਜਿਸ ਸਮੇਂ ਦੀ ਉਡੀਕ ਰੱਖ ਕੇ ਇਕੱਤਰ ਕਰੀ ਜਾਂਦਾ ਸਾਂ, ਜਦੋਂ ਬਜ਼ੁਰਗ ਹੋ ਗਿਆ, ਸਾਰੇ ਧੀਆਂ ਪੁੱਤਰਾਂ ਪੋਤਰਿਆਂ ਦੋਤਿਆਂ ਦੋਤਰੀਆਂ ਨੂੰ ਚਿੰਤਾ ਲੱਗ ਗਈ। ਕਹਿੰਦੇ ਬਾਪੂ ਕੋ ਕਢਵਾ ਲਵੋ, ਕਢਵਾ, ਪਤਾ ਨਹੀਂ ਕਿੱਦਣ ਤੁਰ ਜਾਂਦਾ ਹੋਵੇ, ਕਿਸ ਦਿਨ। ਹਰੇਕ ਕਿਸੇ ਦਾ ਯਤਨ, ਹਰ ਕੋਈ ਕਾਗਜ਼ ਚੁੱਕ ਕੇ ਤੁਰਿਆ ਫਿਰਦਾ। ਕਹਿੰਦਾ ਬਾਪੂ ਤੇਰਾ ਅੰਗੂਠਾ ਲਵਾਉਣਾ ਸੀ। ਅੰਗੂਠਾ ਪੁੱਤ ਕਾਹਦੇ ਲਈ? ਕਹਿਣ ਲੱਗਾ ਜੀਂਦੇ ਜੀ ਵਸੀਅਤ ਕਰ ਜਾ, ਮਗਰੋਂ ਮਰੇ ਤੋਂ ਅਸੀਂ ਭਰਾ ਝਗੜੇ ਕਰਦੇ ਫਿਰਾਂਗੇ, ਭੈਣਾਂ ਆਪਣੇ ਹੱਕ ਮੰਗਣ ਆ ਜਾਣਗੀਆਂ, ਜੀਂਦੇ ਜੀ ਇਹ ਸਿਆਪਾ ਨਿਬੇੜ ਕੇ ਜਾਵੇਂ। ਮਨ ਚ ਵਿਚਾਰਾਂ ਕਰਦਾ ਹੁਣ ਕਿ ਭਾਈ ਮੈਂ ਤੇ ਇਹ ਸਾਰੀ ਧਨ ਦੌਲਤ, ਇਹ ਜਾਇਦਾਦ ਬਣਾਈ ਸੀ ਕਿ ਮੈਂ ਬੈਠ ਕਰਕੇ ਇਸ ਦਾ ਆਨੰਦ ਲਵਾਂਗਾ, ਜੇ ਮੈਂ ਤੁਹਾਡੇ ਨਾਲ ਹੀ ਕਰਤੀ ਤੇ ਮੇਰੇ ਪੱਲੇ ਕੀ ਪਿਆ। ਕਹਿੰਦੇ ਮਰਤੀ ਬਾਰ ਲੇਹੋ ਲੇਹੋ ਕਰੀਏ। ਕਹਿੰਦੇ ਮਰਨ ਤੋਂ ਪਹਿਲਾਂ ਵੀ, ਤੇ ਜੇ ਭਲਾ ਮੰਜੇ ਤੇ ਪੈ ਗਿਆ ਭਾਈਆ, ਤੇ ਮਨ ਚ ਵਿਚਾਰਾਂ ਕਰਦਾ ਹੈ ਕਿ ਤੂੰ ਏਡੀ ਜਾਇਦਾਦ ਦਾ ਮਾਲਕ, ਤੈਨੂੰ ਚੰਗੇ ਥਾਂ ਤੇ ਖੜ ਕੇ ਤੇਰਾ ਇਲਾਜ ਕਰਾਉਣਗੇ, ਹੁਣ ਤੇ ਤੇਰੇ ਧੀਆਂ ਪੁੱਤ ਇੰਨੇ ਚੰਗੇ ਨੇ, ਤੈਨੂੰ ਸਾਂਭ ਲੈਣਗੇ ਨਾ। ਉਹਨਾਂ ਨੇ ਵੇਖਿਆ, ਸਿਆਣੇ ਡਾਕਟਰ ਨੂੰ ਸੱਦਿਆ, ਕਹਿਣ ਲੱਗੇ ਬਾਪੂ ਨੂੰ ਚੈੱਕ ਕਰਿਓ ਸਾ ਮਾੜਾ ਜਿਹਾ। ਜਿਸ ਸਮੇਂ ਚੈੱਕ ਕੀਤਾ, ਨਬਜ ਜੀ ਫੜ ਕੇ ਕਹਿੰਦਾ ਬਾਂਹ ਵਾਲੀਆਂ ਨਬਜਾਂ ਲੱਭਦੀਆਂ ਨਹੀਂ। ਕਹਿੰਦਾ ਚੰਗਾ ਫਿਰ ਮਾੜਾ ਜਿਹਾ ਗਿੱਟਾ ਫੜ ਕੇ ਵੇਖ ਲਓ। ਵੇਖਿਆ, ਕੰਨ ਦੇ ਲਾ ਕੇ ਵੱਡਾ ਪੁੱਤ ਆਣ ਕੇ ਕਹਿਣ ਲੱਗਾ ਬਾਪੂ ਦੱਸ ਤੇ ਦੇ, ਰੱਖੇ ਕਿੱਥੇ ਰੱਖੇ। ਅੱਖਾਂ 'ਚ ਵਰਾਗ ਦੇ ਜਲ ਚੱਲਣ ਲੱਗ ਪਿਆ। ਕਹਿੰਦੇ ਭਾਈ ਹੁਣ ਤੇ ਬਾਪੂ ਬੋਲਣੋਂ ਹਟ ਗਿਆ। ਬੋਲੇ ਕੀ, ਦੱਸੇ ਕੀ? ਪੁੱਤ ਤੇਰੇ ਵਾਸਤੇ ਤੇ ਜੋੜੇ ਸੀ, ਨਾਲ ਮੈਂ ਆਪਣੇ ਲਈ ਵੀ ਜੋੜ ਕੇ ਰੱਖੇ ਹੋਏ ਸਨ। ਮੇਰੀ ਹੁਣ ਜਾਣ ਦੀ ਵਾਰੀ ਏ, ਤੂੰ ਹੁਣ ਕੀ ਕਹਿਣਾ ਚਾਹੁੰਦਾ, ਕੀ ਪੁੱਛਣਾ ਚਾਹੁੰਦਾ? ਕਹਿੰਦੇ ਮਰਦੀ ਵਾਰ ਵੀ ਲੇਹੋ ਲੇਹੋ ਹੀ ਕਰਦੇ ਨੇ। ਇੱਥੋਂ ਤੱਕ ਭਾਈ ਜੇ ਕਥਾ ਪੜ੍ਹੀਏ ਤੇ ਵੱਡੇ ਵੱਡੇ ਮਹਾਤਮਾ ਨੂੰ ਵੀ, ਭਾਈ ਮਹਾਂਪੁਰਖਾਂ ਨੂੰ ਜਿੰਨਾ ਸੋ ਬੜਾ ਵੱਡਾ ਪ੍ਰਚਾਰ ਕੀਤਾ, ਉਹਨਾਂ ਦੇ ਚੇਲਿਆਂ ਨੇ ਉਹਨਾਂ ਦੇ ਸਰੀਰ ਨਹੀਂ ਸਨ ਸਾਂਭੇ, ਪਹਿਲਾਂ ਗੋਲਕਾਂ ਸਾਂਭੀਆਂ। ਗੋਲਕਾਂ ਕਿ ਇਹਨਾਂ ਦਾ ਧਨ ਜਿਹੜਾ ਉਹ ਪਹਿਲਾਂ ਇਕੱਤਰ ਕਰ ਲਈਏ, ਸਰੀਰ ਬਾਅਦ ਚ ਸਾਂਭ ਲਵਾਂ। ਇਹੋ ਜੀ ਅਵਸਥਾ ਬਣੀ ਹੋਈ ਹੈ। ਮਰਤੀ ਬਾਰ ਤੇ ਇਹੋ ਹੀ ਹੈ, ਮਰਨ ਵੇਲੇ ਤੇ ਇਹੋ ਹੀ ਹੈ। ਭਾਈ ਭਾਈਆ ਦੇ ਜਾਵੇ ਸਹੀ, ਇਹ ਨਾ ਹੋਵੇ ਕਿਤੇ ਦੂਸਰਿਆਂ ਦੇ ਨਾਂ ਆਵੇ, ਧਨ ਸਾਰਾ ਲਵਾ ਜਾਵੇ ਤੇ ਸਾਡੇ ਪੱਲੇ ਕੱਖ ਵੀ ਨਾ ਪਵੇ। ਇਹੋ ਜੀ ਅਵਸਥਾ ਬਣੀ ਹੋਈ ਹੈ ਜੀ। ਭੂਤ ਰਹਿਣ ਕਿਉਂ ਦੀਆ, ਤੇ ਕਹਿੰਦੇ ਹੋਰ ਸਿਆਣੇ ਆ ਗਏ ਜਦੋਂ ਚੜ੍ਹਾਈ ਕਰ ਗਿਆ। ਕਹਿੰਦਾ ਜੀ ਚੰਗਾ ਜੇ ਭਲਾ ਮੈਂ ਸਾਰਾ ਹੀ ਦੇ ਕਰਕੇ ਚਲਾ ਜਾਵਾਂ, ਜੇ ਮੈਂ ਸਭ ਕੁਝ ਹੀ ਵੰਡ ਦਵਾਂ। ਤੁਸੀਂ ਮਹਾਰਾਜ ਦੱਸਣ ਹੀ ਲੱਗੇ ਜੇ, ਤੇ ਤੁਸੀਂ ਇਹ ਵੀ ਦੱਸਤਾ ਕਿ ਸਰੀਰ ਦੀ ਗੱਲ ਤੇ ਇੰਨੀ ਕੀ, ਸਰੀਰ ਤੇਰਾ ਏਡਾ ਕ ਸੱਜਣ ਹੈ। ਪਰ ਮਹਾਰਾਜ ਧੀਆਂ ਪੁੱਤਰਾਂ ਦਾ ਵੀ ਦੱਸ ਦਿੱਤਾ ਕਿ ਸਾਰੇ ਹੀ ਪਦਾਰਥ ਧਨ ਦੇ ਨਾਲ ਹੀ ਜੁੜੇ ਹੋਏ ਹਨ। ਠੀਕ ਹੈ, ਮੈਂ ਭਲਾ ਸਭ ਕੁਝ ਹੀ ਵੰਡ ਦਵਾਂ ਇਹਨਾਂ ਨੂੰ, ਤੇ ਫਿਰ ਮੇਰਾ ਸਰੀਰ ਤੇ ਕੁਝ ਘੜੀਆਂ ਜਿਹੜਾ ਹੈ ਇਹਦਾ ਸਤਿਕਾਰ ਕਰ ਲੈਣਗੇ ਨਾ ਮਰੇ ਤੋਂ ਬਾਅਦ। ਮਹਾਰਾਜ ਕਹਿੰਦੇ ਨਹੀਂ ਭਾਈ, ਫਿਰ ਲੇਹੋ ਲੇਹੋ ਕਰੀਏ। ਕਹਿੰਦੇ ਲੈ ਚੱਲੋ ਲੈ ਚੱਲੋ। ਕਿਉਂ? ਭੂਤ ਰਹਿਣ ਕਿਉਂ ਦੀ ਆ? ਕਹਿੰਦੇ ਇਹ ਭੂਤ ਇਹ ਮਸਾਨ ਪੜਾ ਘਰ ਵਿੱਚ ਰੱਖ ਕੇ ਕੱਲ ਹੀ ਬੈਠੇ ਹੋਏ ਜੇ, ਚਲੋ ਇਹਨੂੰ ਲੈ ਚੱਲੀਏ ਚੱਲੋ। ਆਵਾਜ਼ਾਂ ਦੇਣ ਲੱਗੇ ਸੱਜਣ ਪਿਆਰੇ, ਕਹਿੰਦੇ ਆ ਜਾਓ ਵੇ ਇਕੱਠੇ ਹੋ, ਆਪਣਾ ਭਾਈ ਚੜ੍ਹਾਈ ਕਰ ਗਿਆ, ਇਹਨੂੰ ਮੋਢਾ ਦਈਏ ਮੋਢਾ। ਮਨ ਚ ਵਿਚਾਰ ਕੀਤੀ, ਲੈ ਵੀ ਮੇਰੇ ਸੱਜਣ ਬੜੇ ਚੰਗੇ ਨੇ, ਮੈਨੂੰ ਮੋਢਾ ਦੇਣ ਆਏ ਨੇ, ਅਠਾਲਣਗੇ। ਕਹਿੰਦੇ ਨਹੀਂ ਅਠਾਲਣਾ ਨਹੀਂ, ਇਹਨੂੰ ਨਵਾ ਧਵਾ ਕੇ ਫੱਟੇ ਤੇ ਪਾਓ ਤੇ ਮੜੀਆਂ ਨੂੰ ਲੈ ਚੱਲੀਏ, ਇਹਦਾ ਕੰਮ ਮੁਕਾਈਏ ਹੁਣ ਛੇਤੀ ਦੇ ਨਾਲ। ਇਹ ਭੂਤ ਇੱਥੇ ਨਿਆਣਿਓ ਕੱਲ ਹੀ ਰੱਖ ਕੇ ਬੈਠੇ ਹੋਏ ਜੇ। ਜਿਹੜਾ ਸਭ ਨਾਲੋਂ ਸਿਆਣਾ ਸੱਜਣ ਸਮਝਿਆ ਸੀ
ਉਹਨੇ ਪਰਿਓਂ ਆਵਾਜ਼ ਦਿੱਤੀ, ਕਹਿਣ ਲੱਗਾ, ਕਾਕਾ ਕਦੋਂ ਦਾ ਬਾਪੂ ਚੜ੍ਹਾਈ ਕੀਤਾ ਤੁਹਾਡਾ? ਕਹਿੰਦੇ ਜੀ ਰਾਤੀ ਕੋਈ 10-11 ਵਜੇ ਦੇ ਨਾਲ ਇਹਨਾਂ ਨੇ ਲੱਗਦਾ ਚੜ੍ਹਾਈ ਕਰ ਗਏ, ਉਸ ਤੋਂ ਬਾਅਦ ਸਰੀਰ ਹਿਲਦਾ ਡੁੱਲਦਾ ਨਹੀਂ। ਕਹਿੰਦਾ ਕਾਕਾ ਕਾਨਾ ਲਿਆਂਦਾ ਸੀ, ਕਾਨਾ ਇਹਦੇ ਨਾਲ ਪਾਉਣ ਵਾਸਤੇ? ਕਹਿੰਦੇ ਨਹੀਂ ਜੀ ਉਹ ਤੇ ਨਹੀਂ ਲੱਭਾ। ਕਹਿੰਦਾ ਬੜੇ ਬੇਵਕੂਫ ਜੇ ਉਦੋਂ ਤੁਰ ਗਿਆ ਸੀ ਤੇ ਆਵਾਜ਼ ਹੀ ਦਿੰਦੇ ਹੋ, ਮੈਂ ਤੁਹਾਨੂੰ ਲੱਭ ਕੇ ਲਿਆ ਦਿੰਦਾ, ਕਿਤੇ ਨਾਲ ਇਹਦੇ ਸੋਟਾ ਜ਼ਰੂਰ ਰੱਖਣਾ ਸੀ, ਮੁਰਦਾ ਵੱਧ ਜਾਇਆ ਕਰਦਾ ਜੇ ਵੱਧ ਜਾਇਆ ਕਰਦਾ। ਉਹ ਸਿਆਣੇ ਨੇ ਇਹ ਸਲਾਹ ਦਿੱਤੀ ਕਿ ਇਹਨੂੰ ਭੂਤ ਨੂੰ ਕੱਲ ਹੀ ਰੱਖ ਕੇ ਬੈਠੇ ਹੋਏ ਜੇ, ਇਹਨਾਂ ਕੋਈ ਪ੍ਰਬੰਧ ਤੁਹਾਨੂੰ ਕਰਨਾ ਚਾਹੀਦਾ ਸੀ। ਹੁਣ ਤੇ ਯਤਨ ਹੋਰ ਵਧੀਆ ਹੋ ਗਏ। ਕਹਿੰਦੇ ਜੀ ਅਸੀਂ ਮੋਰਚਰੀ ਚਲਾ ਕੇ ਆ ਗਏ ਹਾਂ, ਸਰੀਰ ਉੱਥੇ ਹੀ ਰਵੇਗਾ, ਉੱਥੇ ਜਦੋਂ ਸੰਸਕਾਰ ਦਾ ਸਮਾਂ ਹੋਵੇਗਾ ਉਦੋਂ ਘਰ ਲਿਆ ਕੇ ਤੇ ਕਰ ਦੇਵਾਂਗੇ। ਘਰ ਵੀ ਕੀ ਲਿਆਉਣਾ ਹੋਇਆ। ਇੱਥੋਂ ਤੱਕ ਵੀ ਮੈਂ ਵੇਖੇ ਨੇ ਕਿ ਕਹਿੰਦੇ ਜੀ ਜਿਹੜੀ ਇਹਦੀ ਰਾਖ ਹੈ ਨਾ, ਜਿੰਨੇ ਦਿਨ ਤੱਕ ਕੀਰਤਪੁਰ ਸਾਹਿਬ ਗੋਇੰਦਵਾਲ ਸਾਹਿਬ ਨਹੀਂ ਜਾਂਦੇ, ਮੜੀਆਂ 'ਚ ਹੀ ਰਹਿਣ ਦੇਵੋ, ਘਰ ਲਿਆ ਕੇ ਵੀ ਕੀ ਕਰਨੀ ਹੈ। ਸੱਜਣਾ ਤੇਰੀ ਸਵਾਹ ਤੋਂ ਵੀ ਡਰ ਲੱਗਦਾ, ਇਸ ਸਵਾਹ ਤੋਂ ਵੀ। ਇਸ ਕਰਕੇ ਗੁਰਦੇਵ ਕਹਿੰਦੇ ਤੇਰੀ ਤਨ ਦੀ ਹਕੀਕਤ ਤੇ ਇਹ ਸੀ, ਇਹ ਸਰੀਰ ਨੇ ਤੈਨੂੰ ਛੱਡ ਦੇਣਾ। ਜਿਹੜੇ ਸਕੇ ਸੰਬੰਧੀ ਮਿੱਤਰ ਸਨ ਉਹਨਾਂ ਨੇ ਵੀ ਛੱਡ ਦਿੱਤਾ ਜਿਸ ਸਮੇਂ ਪ੍ਰਾਣ ਪੰਖੇਰੂ ਅੰਡਾਰੀ ਮਾਰ ਗਏ। ਜਿਨ੍ਹਾਂ ਦਾ ਮੋਹ ਕੇਵਲ ਸਰੀਰ ਨਾਲ ਸੀ ਨਾ, ਇਹ ਸਰੀਰ ਦੇ ਸਾਥੀ ਸਨ ਨਾ ਸਾਰੇ, ਜਿੰਨੇ ਸੱਜਣ ਭਾਈ ਭੈਣ ਭਤੀਜੇ ਧੀਆਂ ਪੁੱਤਰ, ਇਹ ਤੇਰੇ ਸਰੀਰ ਦੇ ਸਾਥੀ ਹਨ ਸੰਗੀ। ਇਹਨਾਂ ਨੂੰ ਇਸ ਸਰੀਰ ਨਾਲ ਮੋਹ ਸੀ, ਉਸੇ ਸਰੀਰ ਨਾਲੋਂ ਮੋਹ ਇੱਕਦਮ ਹੀ ਟੁੱਟ ਗਿਆ ਜਿਸ ਸਮੇਂ ਪ੍ਰਾਣ ਪੰਖੇਰੂ ਇਹ ਜੀਵ ਰੂਪੀ ਆਤਮਾ ਵੱਖ ਹੋਈ। ਕਹਿਣ ਲੱਗੇ ਭਾਈ ਇਹਨੂੰ ਲੈ ਚੱਲੋ ਹੁਣ। ਦੇਹੋਰੀ ਲਾਓ ਬਰੀ ਨਾਰ ਸੰਗ ਭਾਈ। ਮਹਾਰਾਜ ਠੀਕ ਹੈ ਜੀ, ਸੱਜਣ ਮਿੱਤਰ ਸਾਰੇ ਛੱਡ ਦੇਣਗੇ। ਮੇਰੀ ਧਰਮ ਪਤਨੀ ਤੇ ਮੇਰੇ ਨਾਲ ਚੱਲੇਗੀ ਨਾ। ਉਹ ਮੇਰੇ ਨਾਲ ਜਦੋਂ ਪ੍ਰੇਮ ਦੇ ਵਿੱਚ ਉਹਨੇ ਮੇਰੇ ਨਾਲ ਕਈ ਵਾਰੀ ਇਹ ਬਚਨ ਕੀਤਾ ਹੈ ਕਿ ਮੈਂ ਤੇਰੇ ਬਿਨਾ ਇਸ ਸੰਸਾਰ ਤੇ ਨਹੀਂ ਰਹਿਣਾ। ਮਹਾਰਾਜ ਕਹਿਣ ਲੱਗੇ ਉਹ ਭਲਿਆ ਪੁਰਖਾ ਕਿਹੜਾ ਭਰਮ ਪਾਲ ਕੇ ਬੈਠਾ ਹੋਇਆ ਹੈ। ਸੋ ਜਿਹੜੀ ਉਹ ਧਰਮ ਪਤਨੀ ਹੈ, ਸੋ ਆਪਣੇ ਤੇ ਇਹ ਰਿਵਾਜ ਨਹੀਂ ਹੈ, ਪਰ ਹਿੰਦੁਸਤਾਨ ਦੇ ਵਿੱਚ ਇਹ ਰਿਵਾਜ ਬੜਾ ਪ੍ਰਚਲਿਤ ਹੈ ਕਿ ਜਿਹੜੀਆਂ ਬੀਬੀਆਂ ਨੇ ਉਹ ਡਿਉੜੀ ਤੱਕ ਆਉਂਦੀਆਂ, ਡਿਉੜੀ ਤੱਕ, ਤੇ ਡਿਉੜੀ ਤੋਂ ਅੱਗੇ ਫਿਰ ਭਾਈ ਨਾਲ ਚੱਲਦੇ ਨੇ, ਪਰਿਵਾਰ ਕਟੰਬ ਬਾਕੀ ਚੱਲਦਾ, ਪਰ ਧਰਮ ਪਤਨੀ ਡਿਉੜੀ 'ਚ ਹੀ ਬਹਿ ਜਾਂਦੀ, ਇਸ ਤੋਂ ਅੱਗੇ ਮੇਰਾ ਸਾਥ ਕੋਈ ਨਹੀਂ। ਤਾਂ ਹੀ ਘਰ ਵਾਲੀ ਕਹਿੰਦੇ ਨਾ, ਘਰ ਦੇ ਵਿੱਚ ਹੀ ਸਾਥੀ ਹੈ, ਘਰ ਤੋਂ ਬਾਹਰ ਤੇਰਾ ਕੋਈ ਸਾਥੀ ਨਹੀਂ। ਇਸ ਤੋਂ ਬਾਹਰ ਹੁਣ ਤੂੰ ਚੱਲ ਤੇ ਘਰ ਮੇਰਾ ਬਣਦਾ ਹੋਇਆ। ਬੜਾ ਸਿਆਪਾ ਕੀਤਾ ਤੇਰੇ, ਸਾਰੀ ਜ਼ਿੰਦਗੀ ਤੇਰੀ ਗੁਲਾਮੀ ਕੱਟੀ ਹੈ, ਹੁਣ ਇਹ ਘਰ ਦੀ ਮਾਲਕ ਮੈਂ ਹੋ ਜਾਵਾਂਗੀ ਤੇਰੇ ਬਾਅਦ। ਕਹਿੰਦੇ ਉਹ ਵੀ ਭਾਈ ਡਿਉੜੀ ਤੱਕ ਆਣ ਕਰਕੇ ਬੈਠ ਗਈ, ਅੱਗੇ ਨਹੀਂ ਚੱਲੀ ਜੀ। ਅੱਗੇ ਸੱਜਣ ਸੁਹੇਲਾ, ਕਹਿੰਦੇ ਅੱਗੇ ਸੱਜਣ ਸਖੀ ਸੰਬੰਧੀ ਨਾਲ ਚੱਲ ਪਏ ਹਨ। ਮਾਰ ਕੱਟ ਲਓ ਸਭ ਲੋਕ ਕੁਟੰਬ ਭਇਓ। ਕਹਿੰਦੇ ਮੜੀਆਂ ਤੱਕ ਸਾਰੇ ਲੋਕ ਸੱਜਣ ਭਾਈ ਮਿੱਤਰ ਪੁੱਤਰ ਜਿਹੜੇ ਸੀ ਉਹਨਾਂ ਨੇ ਆਗਾਹ ਹੋ ਕੇ ਅਗਨੀ ਦੇਣ ਦਾ ਕੰਮ ਕੀਤਾ। ਉੱਥੋਂ ਤੱਕ ਸਾਰੇ ਆ ਗਏ। ਇੱਥੋਂ ਤੱਕ ਕੀਤਾ ਭਾਈ, ਉੱਥੇ ਜਾ ਕੇ ਛਟੀਆਂ ਤੋੜੀਆਂ। ਛਟੀਆਂ ਉਹ ਤੋੜਨ ਤੋਂ ਭਾਵ ਸੀ ਕਿ ਆਹ ਸੱਜਣਾ ਤੇਰੀ ਤੇ ਸਾਡੀ ਪ੍ਰੀਤ ਟੁੱਟ ਗਈ। ਅੱਜ ਤੋਂ ਬਾਅਦ ਉਹ ਛਟੀ ਤੋੜਨ ਦਾ ਭਾਵ, ਮੈਂ ਕਿਸੇ ਨੂੰ ਪੁੱਛ ਲਿਆ ਮੈਂ ਇਹਦਾ ਕਾਰਨ ਕੀ, ਕਹਿੰਦੇ ਇਹ ਤਾਂ ਤੋੜੀ ਦੀ ਏ ਕਿ ਵੀ ਤੇਰੇ ਪ੍ਰੇਮ ਵਾਲੀ ਡੰਡੀ ਤੋੜ ਕੇ ਚੱਲੇ ਆ ਇੱਥੋਂ, ਸਾਨੂੰ ਤੰਗ ਨਾ ਕਰਦਾ ਫਿਰੇ। ਹੁਣ ਵੇਖੀ ਕਿਤੇ ਸੁਪਨੇ ਵਿੱਚ ਵੀ ਨਾ ਆ ਜਾਂਦਾ ਹੋਵੀਂ, ਜੇ ਸੁਪਨੇ 'ਚ ਵੀ ਆ ਗਿਆ ਤੇ ਫਿਰ ਤੇਰਾ ਪ੍ਰਬੰਧ ਕਰਨਾ ਪਵੇਗਾ, ਕੋਈ ਨਾ ਕੋਈ ਪ੍ਰਬੰਧ ਕਰਾਂਗੇ। ਇੱਥੋਂ ਤੱਕ ਸੋ ਅਵਸਥਾ ਬਣ ਜਾਂਦੀ ਏ ਕਿ ਕਈ ਮਾਈਆਂ ਮੈਂ ਕਹਿੰਦੀਆਂ ਸੁਣੀਆਂ ਨੇ ਕਿ ਪੁੱਛੀਏ ਮਾਤਾ ਕੀ ਹਾਲ ਹੈ, ਕਹਿੰਦੀ ਬਾਕੀ ਤੇ ਠੀਕ ਹੈ, ਪਰ ਤੁਹਾਡਾ ਬਾਪੂ ਥੋੜੇ ਦਿਨ ਪਹਿਲਾਂ ਸੁਪਨੇ 'ਚ ਆਇਆ ਸੀ, ਉਹਦਾ ਕੋਈ ਹੱਲ ਦੱਸੋ। ਉਹਦਾ ਹੱਲ ਉਹਨੂੰ ਸੁਪਨੇ ਵਿੱਚ ਵੀ ਵੇਖਣਾ ਪਸੰਦ ਨਹੀਂ ਕਿ ਇਹ ਭਲਾ ਕਿੱਧਰ ਤੁਰਿਆ ਫਿਰਦਾ, ਮੈਨੂੰ ਨਾ ਨਾਲ ਲੈ ਜਾਂਦਾ ਹੋਵੇ। ਇਸ ਕਰਕੇ ਇਹ ਭਾਈ ਸੱਜਣਾ ਤੇਰੀ ਅਵਸਥਾ ਹੈ। ਸੋ ਉਹ ਜਿਹੜੇ ਉੱਥੋਂ ਤੱਕ ਗਏ ਸੀ ਉਹਨਾਂ ਨੇ ਵੀ ਛਟੀ ਤੋੜ ਦਿੱਤੀ। ਸੋ ਇਹ ਭਾਵੇਂ ਸਾਰੀ ਮਨਮਤ ਗੁਰਮਤ ਅਨੁਸਾਰ ਕੁਝ ਵੀ ਕਿਸੇ ਵੀ ਤਰੀਕੇ ਦੀ ਮਨਮਤ ਕਰਨ ਲਈ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਹੀਂ ਕਿਹਾ ਹੈ। ਇਹ ਸਾਰੀਆਂ ਮਨਮਤਾਂ ਹਨ। ਸੋ ਇਸੇ ਤਰੀਕੇ ਦੇ ਨਾਲ ਸਿਰ 'ਚ ਸੋਟਾ ਮਾਰਨਾ ਕਿ ਇਹਦੇ ਸਵਾਸ ਕਿਤੇ ਕਹਿੰਦੇ ਕੋਈ ਅੜਿਆ ਨਾ ਹੋਵੇ। ਅੜਿਆ ਸੱਜਣ ਸਿਆਣਿਆਂ ਨੇ ਸਲਾਹ ਦਿੱਤੀ, ਕਹਿੰਦੇ ਸਿਰ ਨੂੰ ਟਕੋਰ ਦਵੋ ਮਾੜਾ ਜਿਹਾ, ਜੇ ਕਿਤੇ ਕੋਈ ਅੜਿਆ ਉੜਿਆ ਸਾਹ ਹੋਵੇਗਾ ਉਹ ਵੀ ਨਿਕਲ ਜਾਂਦਾ ਹੋਵੇਗਾ।
ਕਹਿੰਦੇ ਉੱਥੋਂ ਤੱਕ ਤੇ ਸੱਜਣ ਚਲੇ ਗਏ ਛਟੀਆਂ ਤੋੜਨ ਵਾਲੇ ਜੀ। ਆਗੈ ਹੰਸ ਅਕੇਲਾ। ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਆਖਰ ਗੱਲ ਕੀ? ਤੁਸੀਂ ਇੰਨੇ ਪ੍ਰਮਾਣ ਦੇ ਦਿੱਤੇ, ਕਾਰਨ ਕੀ? ਗੁਰਦੇਵ ਕਹਿੰਦੇ ਸੱਜਣਾ ਕਹਿਣਾ ਇਹ ਚਾਹੁੰਦੇ ਆ ਕਿ ਇੱਥੋਂ ਅੱਗੇ ਤੈਨੂੰ ਕੱਲੇ ਨੂੰ ਜਾਣਾ ਪੈਣਾ, ਕੱਲੇ ਨੂੰ। ਉਹ ਜਿਹੜਾ ਇਕੱਲੇ ਨੇ ਜਾਣਾ ਹੈ ਉਹਦਾ ਕੋਈ ਪ੍ਰਬੰਧ ਕੀਤਾ ਹੀ? ਉਸ ਥਾਂ ਦਾ ਜਿੱਥੇ ਇਕੱਲੇ ਜਾ ਕਰਕੇ ਲੇਖਾ ਦੇਣਾ ਹੈ, ਜਿੱਥੇ ਜਾ ਕਰਕੇ ਭਾਈ ਕੇਵਲ ਤੇ ਕੇਵਲ ਤੇਰੇ ਕਰਮਾਂ ਦੇ ਉੱਤੇ ਹੀ ਨਿਬੜਨੀ ਹੈ, ਉੱਥੇ ਸੱਚੋ ਹੀ ਸੱਚ ਨਿਬੜੇ। ਚੁਨਵੱਖ ਕੱਢੇ ਜਜਮਾਲਿਆ, ਥਾਓ ਨਾ ਪਾਇਣ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ। ਉੱਥੇ ਕਿੰਨਾ ਦਾ ਨਾਮ ਹੋਵੇਗਾ? ਤੇਰੇ ਨਾਏ ਰੱਤੇ ਸੇ ਜਣ ਗਏ, ਜਿਹੜੇ ਨਾਮ ਨਾ ਲੱਗੇ ਹੋਏ ਸਨ, ਨਾਮ ਅਭਿਆਸੀ, ਜਿਨ੍ਹਾਂ ਨੇ ਸੇਵਾ ਵਿੱਚ ਚਿੱਤ ਦਿੱਤਾ ਹੋਇਆ ਸੀ, ਜਿਨ੍ਹਾਂ ਬਾਣੀ ਪੜ੍ਹੀ, ਜਿਨ੍ਹਾਂ ਨੇ ਨਾਮ ਜਪਿਆ, ਕਹਿੰਦੇ ਭਾਈ ਉਹ ਜਿਣ ਗਏ। ਜਿਣ ਤੋਂ ਭਾਵ ਹੁੰਦਾ ਜਿੱਤ ਉਹਨਾਂ ਦੀ ਹੋਈ। ਨਾਮ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਇੱਥੇ ਠੱਗ ਬਣ ਕੇ ਤੁਰੇ ਫਿਰਦੇ ਸੀ ਨਾ, ਭਾਊ ਫਲਾਣੇ ਨੂੰ ਐਵੇਂ ਠੱਗਿਆ, ਐਵੇਂ ਠੱਗਾਂ ਦੀਆਂ ਕਹਾਣੀਆਂ, ਠੱਗ ਸੁਣਨ ਆ ਗਏ, ਠੱਗ ਹੋਰ। ਕਹਿੰਦੇ ਭਾਈਆ ਸਾਨੂੰ ਵੀ ਠੱਗੀ ਮਾਰਨੀ ਦੱਸ ਦੇ, ਕਿਵੇਂ ਠੱਗਦਾ ਤੂੰ ਲੋਕਾਂ ਨੂੰ। ਉਹ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਾਣ ਨਾਲ ਸੁਣਾਉਣ ਲੱਗੇ, ਕਹਿੰਦੇ ਉਹ ਸਾਰੇ ਠੱਗੇ ਗਏ, ਸਾਰੇ ਦੇ ਸਾਰੇ। ਜਿਹੜੇ ਇੱਥੇ ਲੋਕਾਂ ਨੂੰ ਠੱਗਦੇ ਫਿਰਦੇ ਸਨ, ਰੱਬ ਦੇ ਦਰ ਤੇ ਜਾ ਕਰਕੇ ਸਾਰੇ ਠੱਗੇ ਗਏ, ਕਿਸੇ ਦੇ ਪੱਲੇ ਕੱਖ ਨਹੀਂ ਪਿਆ। ਕੇਵਲ ਨਾਮ ਜਪਣ ਵਾਲੇ ਜਿੱਤ ਕਰਕੇ ਗਏ ਹਨ। ਕਹਿਤ ਕਬੀਰ ਸੁਨ ਹੋਰੇ ਪ੍ਰਾਨੀ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ, ਹੇ ਪ੍ਰਾਣਾ ਧਾਰੀ, ਪ੍ਰਾਨੀ ਤੋਂ ਭਾਵ ਹੈ ਪ੍ਰਾਣਾ ਧਾਰੀ ਜੀਵ, ਇਹ ਸਾਹ ਲੈਣ ਵਾਲੀ ਵਸਤੂ ਸੁਣਨਾ ਕਰ। ਪਰੇ ਕਾਲ ਗ੍ਰਸ ਕੂਆ। ਕਹਿੰਦੇ ਭਾਈ ਮੌਤ ਰੂਪੀ ਖੂਹ ਵਿੱਚ ਤੂੰ ਪਿਆ ਹੋਇਆ। ਜਿਹੜੀ ਦੇਹ ਹੈ ਨਾ, ਇਹ ਮੌਤ ਦਾ ਖੂਹ ਹੈ। ਇਹਨੂੰ ਮੌਤ ਆਣ ਕਰਕੇ ਲੱਗ ਜਾਣੀ। ਹਰ ਆਉਂਦਾ ਜਾਂਦਾ ਸਵਾਸ ਇਹ ਚੇਤਾ ਕਰਾ ਰਿਹਾ ਇਹ ਸੱਜਣਾ, ਇਹ ਪਤਾ ਨਹੀਂ ਕੱਲ ਨੂੰ ਹੋਵੇ ਜਾਂ ਨਾ ਹੋਵੇ। ਇਹ ਹਰ ਸਾਹ ਇਹ ਚੇਤਾ ਕਰਾਉਂਦਾ ਹੈ ਭਾਈ ਇਸ ਸੰਸਾਰ ਤੋਂ ਜਾਣਾ ਪੈਣਾ ਹੀ, ਇਹ ਘਟ ਰਿਹਾ ਹੈ। ਝੂਠੀ ਮਾਇਆ ਆਪ ਬੰਧਾਇਆ। ਪਰ ਕਹਿੰਦੇ ਅਵਸਥਾ ਕੀ ਬਣੀ ਹੋਈ ਹੈ? ਝੂਠੀ ਮਾਇਆ ਦੇ ਵਿੱਚ ਲੱਗ ਕਰਕੇ, ਪਦਾਰਥ ਭੁੱਖ ਵਿੱਚ ਲੱਗ ਕਰਕੇ ਆਪਣੇ ਆਪ ਨੂੰ ਬਣਾ ਲੈਣਾ ਕੀਤਾ ਹੈ। ਜਿਉ ਨਲਨੀ ਭ੍ਰਮ ਸੂਆ। ਸੂਆ ਨਾਮ ਹੈ ਤੋਤੇ ਦਾ। ਕਹਿੰਦੇ ਜਿਵੇਂ ਤੋਤਾ ਨਲਣੀ ਦੇ ਨਾਲ ਵੱਜ ਜਾਂਦਾ, ਨਾਲੀ ਦੇ ਨਾਲ ਪਕੜਿਆ ਜਾਂਦਾ। ਪਹਿਲੇ ਸਮਿਆਂ 'ਚ ਕੀ ਕਰਦੇ ਸਨ ਕਿ 2 ਕਿੱਲੇ ਗੱਡ ਕਰਕੇ ਵਿੱਚ ਇੱਕ ਤਕੜਾ ਲਾ ਦੇਣਾ, ਉੱਤੇ ਨੜਾ ਬੰਨ ਕਰਕੇ ਨਾ ਨੜਾ, ਉਹਦੇ ਨਾਲ ਨਾਰ ਲਮਕਾ ਦੇਣਾ, ਤੇ ਅਨਾਰ ਦਾ ਪ੍ਰੇਮੀ ਤੋਤਾ ਤੇ ਥੱਲੇ ਰੱਖ ਦੇਣਾ। ਜਿੱਥੇ ਅਨਾਰ ਲਾਇਆ ਹੋਣਾ ਉੱਥੇ ਬੱਠਲ ਪਾਣੀ ਦਾ ਭਰ ਕਰਕੇ, ਜਦੋਂ ਅਨਾਰ ਦੇ ਪ੍ਰੇਮੀ ਤੋਤੇ ਨੇ ਆਣ ਕਰਕੇ ਅਨਾਰ ਨੂੰ ਖਾਣ ਦਾ ਯਤਨ ਕਰਨਾ, ਤੇ ਉਹ ਨੜਾ ਜਿਹੜਾ ਉਹ ਹੇਠਾਂ ਨੂੰ ਝੁਕ ਜਾਣਾ ਤੇ ਹੇਠਾਂ ਨੂੰ ਮੂੰਹ ਕਰਕੇ ਖਾਣਾ ਚਾਹੁੰਦਾ ਸੀ ਅਨਾਰ। ਤੇ ਜਦੋਂ ਭਾਰ ਪੈਣਾ ਸਾਰਾ, ਤੇ ਅੱਖਾਂ ਜਿਹੜੀਆਂ ਨੇ ਉਹ ਜਿਹੜਾ ਪਾਣੀ ਵਾਲਾ ਬਾਲਟਾ ਸੀ ਨਾ ਬੱਠਲ, ਉਹਦੇ ਲਾਗੇ ਚੱਲ ਜਾਣੀਆਂ ਬਿਲਕੁਲ, ਤੇ ਲੱਗਣਾ ਕਿ ਮੈਂ ਹੁਣ ਜੇ ਇੱਥੋਂ ਠਾਹ ਨੂੰ ਗਿਆ ਨਾ ਤੇ ਸਮੁੰਦਰ 'ਚ ਡੁੱਬ ਕੇ ਮਰ ਜਾਵਾਂਗਾ। ਤੇ ਪਹੁੰਚੇ ਜਿਹੜੇ ਸਨ ਉਹ ਘੁੱਟ ਕੇ ਨੜੇ ਨੂੰ ਪਾ ਲੈਣੇ, ਉੱਥੋਂ ਛੱਡਣੇ ਨਾ, ਤੇ ਫਿਰ ਸ਼ਿਕਾਰੀਆਂ ਨੇ ਆਣ ਕਰਕੇ ਫੜ ਲੈਣ। ਇਵੇਂ ਭਾਈ ਇਹ ਜੀਵ ਰੂਪੀ ਤੋਤਾ ਹੈ। ਆਸਾ ਤੇ ਅੰਦੇਸ਼ਾ ਰੂਪੀ 2 ਨੇ ਕਿੱਲੇ, ਮੋਹ ਰੂਪੀ ਨੜਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਭਾਈ ਸੋ ਮੋਹ ਰੂਪੀ ਤਕੜਾ ਹੈ, ਤੇ ਜਿਹੜੀ ਵਾਸ਼ਨਾ ਲੱਗੀ ਹੋਈ ਹੈ, ਵਾਸ਼ਨਾ ਇਹ ਨੜਾ ਹੈ। ਜਿਹੜੀ ਵਿਸ਼ਿਆ ਰਸ ਹੈ, ਭੋਗ ਰਸ, ਇਹ ਅਨਾਰ ਹੈ। ਜੀਵ ਰੂਪੀ ਤੋਤੇ ਨੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਭਾਈ ਸੋ ਬੱਠਲ ਜਿਹੜਾ ਹੈ ਇਹ ਹੰਕਾਰ ਰੂਪੀ ਬਾਲਟੇ ਦੇ ਵਿੱਚ, ਜਾਂ ਇਸੇ ਤਰੀਕੇ ਦੇ ਨਾਲ ਕਹਿ ਲਵੋ ਕਿ ਪਦਾਰਥਾਂ ਰੂਪੀ ਜਲ ਜਿਹੜਾ ਸੀ ਉਹ ਪਾਇਆ ਹੋਇਆ ਹੈ। ਉਹਦੇ ਵਿੱਚ ਜਾ ਕਰਕੇ ਜਿਸ ਸਮੇਂ ਤੋਤੇ ਨੇ ਇਹ ਰਸ ਵਿਸ਼ਿਆ ਰਸ ਰੂਪੀ ਨਾਰ ਨੂੰ ਖਾਣ ਦਾ ਯਤਨ ਕੀਤਾ, ਅੱਖਾਂ ਥੱਲੇ ਲੱਗ ਗਈਆਂ ਜਾ ਕਰਕੇ। ਉਸ ਸਮੇਂ ਜਿਹੜੇ ਸੋ ਆਸਾ ਅੰਦੇਸ਼ਾ ਰੂਪੀ ਪਹੁੰਚੇ ਸਨ, ਸੰਕਲਪ ਵਿਕਲਪ ਰੂਪੀ ਪਹੁੰਚੇ, ਉਹ ਘੁੱਟ ਕੇ ਉਹਨਾਂ ਨਾਲ ਪਕੜ ਲੈਣਾ ਕੀਤਾ ਇਸ ਨੜੇ ਨੂੰ। ਪਰ ਇੰਨੇ ਚਿਰ ਨੂੰ ਬਚਦੇ ਹੋਏ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਕਾਲ ਰੂਪੀ ਸ਼ਿਕਾਰੀ ਨੇ ਆਣ ਕਰਕੇ ਪਕੜ ਕੇ, ਮੌਤ ਰੂਪੀ ਸ਼ਿਕਾਰੀ ਨੇ ਫੜ ਕਰਕੇ ਤੇ ਭਾਈ ਪਿੰਜਰੇ ਵਿੱਚ ਪਾ ਦਿੱਤਾ। ਤੇ ਫਿਰ ਜੀਵਨ ਆਗਾਹ 84 ਲੱਖ ਜੋਨੀ ਦੇ ਵਿੱਚ ਭਰਮਣ ਲੱਗ ਪਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤੋਤੇ ਵਰਗੀ ਅਵਸਥਾ ਤੇਰੀ ਬਣੀ ਹੋਈ ਹੈ, ਤੋਤੇ ਵਰਗੀ।
ਯਤਨ ਕਰ ਇਸ ਤੋਂ ਬਚਣ ਦਾ। ਇਹ ਸਾਰੇ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਅੱਜ ਦੇ ਹੁਕਮਨਾਮੇ ਦੇ ਵਿੱਚ। ਹੁਣ ਜੋ ਲੜੀਵਾਰ ਕਥਾ ਦੁਆਰਾ ਕਿਰਪਾ ਕਰ ਰਹੇ ਹਨ, ਆਓ ਸਰਵਣ ਕਰੀਏ ਜੀ। ਗੁਰ ਕਾ ਸ਼ਬਦ ਰਤਨ ਹੈ। ਮਹਾਰਾਜ ਜੀ ਹੁਕਮਨਾਮਾ ਸਾਹਿਬ ਚ ਤੇ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀ। ਹੁਣ ਇਹ ਕਿਰਪਾ ਕਰੋ, ਸਮਝਾਓ ਕਿਰਪਾ ਕਰਕੇ ਕਿ ਮੇਰਾ ਆਧਾਰ ਕਿਵੇਂ ਹੋਵੇਗਾ। ਕਹਿਣ ਲੱਗੇ ਗੁਰੂ ਕਾ ਸਿੱਖਾ, ਜਿਹੜਾ ਗੁਰੂ ਕਾ ਸ਼ਬਦ ਹੈ ਨਾ, ਇਹੋ ਹੀ ਰਤਨ ਹੈ। ਮਹਾਰਾਜ ਮੇਰੇ ਮਨ ਦੀ ਭੁੱਖ ਨਹੀਂ ਜਾਂਦੀ। ਇਹ ਮਨ ਜਿਹੜਾ ਹੈ ਅਗਾਂਹ ਦੀ ਅਗਾਂਹ ਵੱਧਦਾ ਜਾਂਦਾ ਹੈ, ਵਕਾਰਾਂ ਦੀ ਭੁੱਖ ਦੇ ਵਿੱਚ ਅਗਾਂਹ ਚਲਿਆ ਜਾਂਦਾ ਹੈ। ਕਿਰਪਾ ਕਰੋ, ਦੱਸੋ ਕੀ ਕਰਾਂ। ਮੈਨੂੰ ਇਹੋ ਜੀ ਚੀਜ਼ ਦੱਸੋ ਜਿਹੜੀ ਚੀਜ਼ ਪ੍ਰਾਪਤ ਕਰਕੇ ਰਤਾ ਭਰ ਵੀ ਮੇਰੇ ਚਿੱਤ ਦੇ ਵਿੱਚ ਲੋਭ ਤੇ ਲਾਲਚ ਨਾ ਰਵੇ। ਮਹਾਰਾਜ ਕਹਿੰਦੇ ਗੁਰੂ ਕਾ ਸ਼ਬਦ ਹੀ ਰਤਨ ਇਹੋ ਜਿਹਾ ਹੈ ਜਿਹਨੂੰ ਵੇਖ ਕਰਕੇ, ਜਿਹਨੂੰ ਪ੍ਰਾਪਤ ਕਰਕੇ ਰਤਾ ਜਿੰਨੀ ਵੀ ਪ੍ਰੀਤੀ ਹੋਰ ਪਦਾਰਥਾਂ ਵਿੱਚ ਨਹੀਂ ਰਹਿੰਦੀ। ਜਿਹਨੂੰ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਉਹ ਰਸ, ਇਹ ਰਸ ਆਵਾ, ਉਹ ਰਸ ਨਹੀਂ ਪਾਵਾ। ਭਾਈ ਜਦੋਂ ਜਿਨ੍ਹਾਂ ਨੂੰ ਇਹ ਰਸ ਆ ਗਿਆ ਨਾ, ਪਰਮੇਸ਼ਰ ਵਾਹਿਗੁਰੂ ਦੀ ਨਾਮ ਬਾਣੀ ਦਾ ਰਸ ਆ ਗਿਆ, ਉਹਨਾਂ ਨੂੰ ਪਦਾਰਥਾਂ ਦਾ ਰਸ ਉਹਨਾਂ ਦਾ ਚਲਿਆ ਜਾਂਦਾ। ਪਰ ਕਿੰਨਾਂ ਨੂੰ ਉਹ ਰਸ ਛੱਡੇ, ਇਹ ਰਸ ਆਵਾ। ਜਦੋਂ ਪਦਾਰਥਾਂ ਦਾ ਰਸ ਛੱਡ ਦੇਵੇਂਗਾ, ਗੁਰਦੇਵ ਕਹਿੰਦੇ ਫਿਰ ਇਹ ਰਸ ਹੁੰਦਾ। ਜਿਨ੍ਹਾਂ ਨੂੰ ਇਹ ਰਸ ਆ ਗਿਆ ਨਾ, ਫਿਰ ਕਹਿੰਦੇ ਰਤਾ ਜਿੰਨੀ ਵੀ ਪ੍ਰੀਤੀ ਉਹਨਾਂ ਦੀ ਪਦਾਰਥਾਂ ਦੇ ਵਿੱਚ ਨਹੀਂ ਰਹਿੰਦੀ। ਉਹ ਪਰੇ ਹੋ ਗਏ ਹਨ ਜਿਨ੍ਹਾਂ ਨੇ ਨਾਮ ਬਾਣੀ ਦੇ ਵਿੱਚ ਚਿੱਤ ਲਾਉਣਾ ਕੀਤਾ ਹੈ ਜੀ। ਹੀਰੇ ਜਿਤ ਜੜਾਓ। ਕਹਿੰਦੇ ਭਾਈ ਇਸ ਨਾਮ ਰੂਪੀ ਹੀਰੇ ਨੂੰ, ਇਹ ਕਿੱਡਾ ਸੁੰਦਰ ਵੇਖ ਗਹਿਣਾ ਤੈਨੂੰ ਪਰਮੇਸ਼ਰ ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਕਰਨਾ ਕੀ ਚਾਹੀਦਾ ਸੀ? ਮਹਾਰਾਜ ਮੈਂ ਗਲੇ ਵਿੱਚ ਕੋਈ ਗਹਿਣਾ ਪਾ ਲਵਾਂ ਤੇ ਬਾਤ ਬਣ ਜਾਵੇਗੀ। ਕੈਂਠਾ ਪਾ ਕੇ ਰੱਖਿਆ ਕਰਾਂ ਕੈਂਠਾ। ਮਹਾਰਾਜ ਕਹਿੰਦੇ ਤੈਨੂੰ ਰਤਨ ਤੇ ਹੀਰੇ ਨਾਲ ਜੜਿਆ ਹੋਇਆ ਕੈਂਠਾ ਦੇ ਦਈਏ। ਮਹਾਰਾਜ ਦਵੋ। ਕਹਿੰਦੇ ਭਾਈ ਹੀਰਾ ਤੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੇ ਰਤਨ ਹੈ ਵਰਾਗ। ਜੇ ਵਰਾਗੀ ਹੋ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਇਸ ਗਲੇ ਦੁਆਰੇ ਜਪਣਾ ਕਰੇ ਤੇ ਇਹਦੇ ਨਾਲੋਂ ਵੱਡਾ ਕੋਈ ਵੀ ਗਹਿਣਾ ਸੰਸਾਰ ਤੇ ਹੈ ਹੀ ਨਹੀਂ। ਜੇ ਗਹਿਣਾ ਪਾਉਣਾ ਨਾ, ਜੇ ਸੰਸਾਰ ਤੋਂ ਸੁਖਾਲਾ ਹੋ ਕੇ ਜਾਣਾ ਚਾਹੁੰਦਾ ਹੈ, ਤੇ ਇਹ ਭਾਈ ਜਿਹੜਾ ਵਿਸ਼ੇਸ਼ ਕੈਂਠਾ ਗਹਿਣਾ ਹੈ ਨਾ, ਇਹ ਗਲ ਵਿੱਚ ਪਾਉਣਾ ਕਰ। ਸ਼ਬਦ ਰਤਨ ਜਿਤ ਮਨ ਲਾਗਾ। ਕਹਿੰਦੇ ਭਾਈ ਜਿਨ੍ਹਾਂ ਦੇ ਮਨ ਨੂੰ ਇਹ ਸੋ ਮਨ ਰੂਪੀ ਗਲੇ ਵਿੱਚ ਜਾਂ ਕਹਿ ਲਈਏ ਇਹ ਸ਼ਬਦ ਰਤਨ ਜਿਨ੍ਹਾਂ ਦੇ ਪੈ ਗਿਆ ਹੈ ਜੀ, ਉਹ ਹੋਆ ਸਮਾਓ। ਕਹਿੰਦੇ ਭਾਈ ਉੱਥੇ ਸਮਾ ਗਏ ਨੇ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਹੀ, ਉਹ ਅਭੇਦ ਹੋ ਗਏ ਹਨ। ਸ਼ਬਦ ਸੇਤੀ ਮਨ ਮਿਲਿਆ। ਕਹਿੰਦੇ ਜੀ ਉਹਨਾਂ ਦਾ ਸ਼ਬਦ ਦੇ ਨਾਲ ਹੀ ਮਨ ਮਿਲ ਗਿਆ ਹੈ। ਸ਼ਬਦ ਸਰੂਪ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹੋ ਜਾਇਆ ਕਰਦੇ ਨੇ। ਉਹ ਤੇ ਜਿਉਂ ਜਲ ਮਹਿ ਜਲ ਆਏ ਸਮਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਅਵਸਥਾ ਕੀ ਬਣ ਗਈ? ਮਿਟ ਗਏ ਗਵਣ ਪਾਏ ਬਸਰਾਮ। ਉਹਨਾਂ ਦਾ ਆਉਣਾ ਜਾਣਾ ਮਿਟ ਗਿਆ ਹੈ ਭਾਈ। ਪਰ ਕਿੰਨਾਂ ਦਾ? ਜਿਹੜੇ ਸ਼ਬਦ ਨਾਲ ਜੁੜੇ ਹਨ। ਸੱਚਾ ਲਾਇਆ ਭਾਉ। ਕਹਿੰਦੇ ਸੱਚੇ ਨੇ ਭਾਈ ਉਹਨਾਂ ਨੂੰ ਭਾਉ ਪ੍ਰੇਮ ਲਾਉਣਾ ਕੀਤਾ ਹੈ। ਆਪੇ ਹੀਰਾ ਰਤਨ ਆਪੇ। ਕਹਿੰਦੇ ਭਾਈ ਆਪ ਹੀ ਪਰਮੇਸ਼ਰ ਵਾਹਿਗੁਰੂ ਨਾਮ ਰੂਪੀ ਹੀਰਾ ਦੇਣ ਵਾਲਾ ਹੈ। ਆਪੇ ਹੀ ਰਤਨ ਵਰਾਗ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ ਜੀ। ਜਿਸਨੂੰ ਦੇ 부ਝਾਏ। ਕਹਿੰਦੇ ਜਿਸ ਨੂੰ ਬੁਝਾਏ ਜਣਾ ਦੇਣਾ ਕੀਤਾ ਹੈ ਜੀ। ਕਹੈ ਨਾਨਕ ਸ਼ਬਦ ਰਤਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਤਨ ਹੈ ਜੀ। ਹੀਰਾ ਜਿਤ ਜੜਾਓ। ਕਹਿੰਦੇ ਇਸ ਨੂੰ ਜੜਾ ਕਰਕੇ ਗਲ ਦਾ ਗਹਿਣਾ ਬਣਾਉਣਾ ਕਰ। ਸ਼ਿਵ ਸਕਤ ਆਪ ਉਪਾਏ ਕੈ। ਅੱਗੇ ਬਖਸ਼ਿਸ਼ ਕਰਦੇ ਨੇ। ਕਹਿੰਦੇ ਭਾਈ ਇਹ ਸੰਸਾਰ ਦੇ ਅੰਦਰ ਵੱਖੋ ਵੱਖਰੇ ਤਰੀਕਿਆਂ ਨਾਲ ਲੋਕਾਂ ਨੇ ਮੰਨਣਾ ਕੀਤਾ। ਕੋਈ ਕਹਿੰਦਾ ਸ਼ਿਵ ਪਾਰਬਤੀ ਪੈਦਾ ਕੀਤੇ, ਕੋਈ ਕਹਿੰਦਾ ਬਾਬਾ ਆਦਮ ਤੇ ਅੰਮਾ ਹਵਾ ਨੂੰ ਪੈਦਾ ਕਰਕੇ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ। ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਸ਼ਿਵ ਪੁਰਖ ਸ਼ਕਤੀ ਇਸੇ ਤਰੀਕੇ ਦੇ ਨਾਲ ਇਹ ਪ੍ਰਕਿਰਤੀ ਨੂੰ ਪੈਦਾ ਕਰਕੇ ਜੀ ਕਰਤਾ ਆਪੇ ਹੁਕਮ ਵਰਤਾਏ। ਕਹਿੰਦੇ ਉਹ ਜਿਹੜਾ ਕਰਤਾ ਨਾ ਪਰਮੇਸ਼ਰ ਵਾਹਿਗੁਰੂ, ਇਸ ਦਾ ਕ੍ਰੀਏਟਰ, ਇਸ ਦਾ ਕਰਨਹਾਰਾ ਜਿਹੜਾ ਹੈ, ਉਹ ਆਪੇ ਹੀ ਆਪਣੇ ਹੁਕਮ ਨੂੰ ਵਰਤਾ ਰਿਹਾ ਸਾਰੇ ਜੀਆਂ ਦੇ ਵਿੱਚ। ਉਹਦਾ ਹੁਕਮ ਹੀ ਵਰਤ ਰਿਹਾ ਹੈ ਜੀ। ਹੁਕਮ ਵਰਤਾਏ ਆਪ ਵੇਖੈ। ਆਪ ਹੀ ਆਪਣੇ ਹੁਕਮ ਨੂੰ ਵਰਤਾ ਕਰਕੇ ਵੇਖਣ ਵਾਲਾ ਹੈ ਜੀ। ਗੁਰਮੁਖ ਕਿਸੈ 부ਝਾਏ। ਪਰ ਕਿਸੇ ਕਿਸੇ ਗੁਰਮੁਖ ਨੇ ਇਹ ਬੁੱਝਿਆ ਜਾਣਿਆ ਹੈ। ਕੋਈ ਵਿਰਲਾ ਹੈ ਜਿਹਨੂੰ ਇਹ ਸਮਝ ਆ ਗਈ ਕਿ ਇਹ ਜਿਹੜਾ ਸਾਰਾ ਹੀ ਖੇਲ ਹੈ ਉਹ ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਕੀਤਾ ਹੋਇਆ ਹੈ।
ਕਿਉਂ ਜੀ? ਜਿਵ ਤਿਸ ਭਾਵੈ ਤਵੈ ਚਲਾਏ। ਜਿਵੇਂ ਉਹਨੂੰ ਪਾਉਂਦਾ ਨਾ ਸੰਸਾਰ ਦੇ ਜੀਵਾਂ ਨੂੰ, ਉਵੇਂ ਹੀ ਚਲਾ ਰਿਹਾ ਹੈ। ਆਪ ਹੀ ਭਾਈ ਤਾਂ ਹੀ ਗੁਰੂ ਕੇ ਪਿਆਰੇ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ, ਭਾਵ ਭਗਤੀ ਪ੍ਰੇਮ ਵਾਲੇ, ਜੇ ਉਹਨਾਂ ਦੇ ਪਾਸੋਂ ਕੋਈ ਸਿੱਖਿਆ ਪੁੱਛੀਏ ਨਾ, ਮਹਾਂਪੁਰਖੋ ਸਿੱਖਿਆ ਕਿਵੇਂ ਹੈ, ਗੁਰਮਤਿ ਦੇ ਮਾਰਗ ਤੇ ਕਿਵੇਂ ਚੱਲਿਆ ਜਾ ਸਕਦਾ, ਆਮ ਸਵਾਲ ਹੈ ਸਿੱਖਾਂ ਦਾ। ਮਹਾਰਾਜ ਜੀ ਰਹਿਤ ਮਰਿਆਦਾ 'ਚ ਕਿਵੇਂ ਰਹੀਏ, ਗੁਰਮਤਿ ਮਰਿਆਦਾ ਤੇ ਕਿਵੇਂ ਚੱਲਿਆ ਜਾ ਸਕਦਾ ਹੈ। ਦਾਸ ਨੇ ਤੇ ਭਾਈ ਜਿੰਨੇ ਮਹਾਂਪੁਰਖ ਮਹਾਤਮਾ ਦੀ ਸੰਗਤ ਵਿੱਚੋਂ ਜਾਣਿਆ, ਪੁੱਛਿਆ ਜਿੰਨਾ ਪਾਸੋਂ, ਉਹਨਾਂ ਦਾ ਇੱਕੋ ਹੀ ਜਵਾਬ ਹੈ, ਗੁਰੂ ਕੇ ਸਿੱਖਾ ਅਰਦਾਸ ਹੀ ਇੱਕ ਇਹੋ ਜਿਹਾ ਵਿਸ਼ਾ ਹੈ, ਅਰਦਾਸ ਹੀ ਇਹੋ ਜਿਹਾ ਕਰਮ ਹੈ ਜਿਹਦੇ ਨਾਲ ਮਨੁੱਖ ਚੱਲ ਸਕਦਾ, ਹੋਰ ਕਰਮ ਹੈ ਹੀ ਕੋਈ। ਪੁੱਛਿਆ ਜੀ ਕਿਵੇਂ? ਜੇ ਮੈਂ ਯਤਨ ਕਰਾਂ ਮਰਿਆਦਾ ਰੱਖਣ ਦਾ ਤੇ ਮੈਂ ਰੱਖ ਨਹੀਂ ਸਕਦਾ, ਮੈਂ ਮਰਿਆਦਾ ਵਾਲਾ, ਮੈਂ ਪੂਰੀ ਮਰਿਆਦਾ 'ਚ ਰਹਿ ਸਕਦਾ। ਕਹਿਣ ਲੱਗੇ ਨਹੀਂ ਭਾਈ, ਜਿਸ ਦਿਨ ਅਰਦਾਸ ਤੋਂ ਟੁੱਟ ਗਏ, ਜਿਸ ਦਿਨ ਉਹਦੀ ਕਿਰਪਾ ਤੋਂ ਵਾਂਝੇ ਹੋ ਗਏ ਨਾ, ਉਸ ਦਿਨ ਸੱਜਣਾ ਇੱਕ ਪੈਰ ਵੀ ਇਸ ਮਾਰਗ ਤੇ ਚੱਲਿਆ ਨਹੀਂ ਜਾਣਾ, ਇੱਕ ਪੈਰ ਵੀ। ਇਹ ਮਾਰਗ ਆਪ ਹੀ ਉਹਨੇ ਆਪਣਾ ਹੁਕਮ ਵਰਤਾਇਆ ਹੋਇਆ ਹੈ। ਹੱਥ ਹੀ ਜੋੜ ਕੇ ਬੈਠਾ ਰਹਿ, ਤੇਰਾ ਤੇ ਪੁੱਤ ਕਹਿੰਦੇ ਕੇਵਲ ਇੰਨਾ ਕੁ ਕੰਮ ਹੈ, ਹੱਥ ਜੋੜ ਕੇ ਬੈਠਾ ਰਹਿ ਕਿ ਬਾਪੂ ਬਖਸ਼ ਲਵੇ। ਜਿਹੜਾ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨਾ, ਭਾਣਾ ਜੀ, ਭੁੱਲਾ ਜੀ, ਇਹ ਬਚਨ ਸਾਡੇ ਲਈ ਹਨ। ਗੁਰਸਿੱਖਾ ਤੇਰੇ ਚਿੱਤ ਦੀ ਅਵਸਥਾ ਹੀ ਇਹ ਬਣ ਜਾਵੇ, ਤੈਨੂੰ ਇਸ ਤੋਂ ਪਰੇ ਆਵੇ ਕੱਖ ਨਾ। ਇਹੋ ਹੀ ਕਵੇਂ ਮਹਾਰਾਜ ਮੈਂ ਭੁੱਲਣਹਾਰ ਹਾਂ, ਆਪ ਬਖਸ਼ਣਹਾਰ। ਅਵਸਥਾ ਕੀ, ਅਰਦਾਸ ਕੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਪਾਸ਼ਾ, ਅਸੀਂ ਭੁੱਲਣਹਾਰੇ ਜੀ। ਸਾਡੀ ਬੇਨਤੀ ਹੈ ਜੈਸਾ ਬਾਰਕ ਭਾਏ ਸੁਭਾਏ, ਲੱਖ ਅਪਰਾਧ ਕਮਾਏ, ਕਰ ਉਪਦੇਸ਼ ਝਿੜਕੈ ਬਹੁ ਭਾਤੀ, ਬਹੁਰ ਪਿਤਾ ਗੱਲ ਆਏ। ਪਾਸ਼ਾ ਆਪ ਕਿਰਪਾ ਕਰੋ, ਸਾਨੂੰ ਆਪਣੀ ਗਲਵਕੜੀ 'ਚ ਰੱਖਿਓ। ਕਿਉਂ ਭਾਈ? ਉਹ ਜਿਹੜਾ ਕਰਤਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਆਪਣਾ ਹੁਕਮ ਆਪ ਵਰਤਾ ਰਿਹਾ ਹੈ ਜੀ। ਤੋੜੇ ਬੰਧਨ ਹੋਵੇ ਮੁਕਤ, ਤੇ ਜਿਨ੍ਹਾਂ ਨੇ ਇਹ ਜਾਣ ਲਿਆ ਹੈ, ਕਹਿੰਦੇ ਉਹਨਾਂ ਦੇ ਭਾਈ ਜਿਹੜੇ ਬੰਧਨ ਸਨ ਪਦਾਰਥਾਂ ਦੀ ਪਕੜ ਦੇ, ਜਿਹੜੇ ਇਹ ਸਾਰੇ ਦੇ ਸਾਰੇ ਤੋੜ ਦੇਣਾ ਕੀਤੇ ਹਨ। ਸ਼ਬਦ ਮਨ ਵਸਾਏ, ਮੁਕਤ ਕਰ ਦਿੱਤਾ ਹੈ, ਸ਼ਬਦ ਮਨ ਵਿੱਚ ਵਸਾ ਦੇਣਾ ਕੀਤਾ ਹੈ ਜੀ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਕਹਿੰਦੇ ਭਾਈ ਜਿਨ੍ਹਾਂ ਤੇ ਆਪ ਬਖਸ਼ਿਸ਼ ਕੀਤੀ, ਉਹਨਾਂ ਦਾ ਮੁਖ ਗੁਰੂ ਵੱਲ ਹੋਇਆ ਹੈ ਜੀ। ਕਸ ਸਿਉ ਲਿਵ ਲਾਏ, ਉਹਨਾਂ ਨੇ ਇੱਕ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਆਪਣੀ ਲਿਵ ਸੁਰਤੀ ਲਾਉਣਾ ਕੀਤੀ ਹੈ। ਨਾਨਕ ਆਪ ਕਰਤਾ, ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਕਰਤਾ ਕਾਲ ਪੁਰਖ ਵਾਹਿਗੁਰੂ ਹੈ ਨਾ, ਆਪੇ ਹੁਕਮ ਬੁਝਾਏ, ਆਪ ਹੀ ਆਪਣੇ ਹੁਕਮ ਨੂੰ ਬੁਝਾਏ ਜਣਾਉਣਾ ਕਰਦਾ ਹੈ ਜੀ। ਇੱਥੋਂ ਤੱਕ ਭਾਈ ਇਹ ਪਾਵਨ ਪਵਿੱਤਰ ਉਪਦੇਸ਼ ਦੀ ਕਥਾ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਈ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ, ਹੁਕਮਨਾਮੇ ਦੀ ਵਿਚਾਰ ਕਰਦੇ ਹਾਂ, ਲੜੀਵਾਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ, ਅਗਾਹਾਂ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀਐ, ਖਣ ਖਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕਸ ਸਿਓ ਲਿਵ ਲਾਏ, ਕਹੈ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।